ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Very good morning to all of you. Before starting this English class, I would request 10653 Manpreet Kaur ਸੰਗਰੂਰ ਤੋਂ ਕਿ ਉਹ ਜਾਪ ਦੀ ਸੇਵਾ ਕਰ ਦੇਣ. One zero six five three Manpreet Kaur. 11400 ਦਾ हैंड रेज है, जो करना चाहते हो कर लें. Am I audible, ma'am? 11400 ਮੋਗਾ ਤੋਂ. ਹਾਂਜੀ ਬੱਚੇ ਸ਼ੁਰੂ ਕਰੋ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ. ਜੀ ਕੀ ਫਤਿਹ. ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਵਾਹਿਗੁਰੂ 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 ਵਾਹਿਗੁਰੂ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Thank you so much for joining and reciting ਮੂਲ ਮੰਤਰ. ਹੁਣ ਅਸੀਂ ਆਪਣੀ ਕਲਾਸ ਸਟਾਰਟ ਕਰਨ ਜਾ ਰਹੇ ਹਾਂ. ਬੱਚੇ ਇੱਕ ਅਨਾਉਂਸਮੈਂਟ ਹੈ. ਐਵਰੀਡੇ ਕਲਾਸ ਜਿਹੜੀ ਹੈ 11 o'clock ਹੋਇਆ ਕਰੇਗੀ, 11 ਵਜੇ ਤੋਂ ਹੋਇਆ ਕਰੇਗੀ. ਹਰ ਰੋਜ਼ ਹੋਏਗੀ 11 ਤੋਂ 12, ਮੰਡੇ ਟੂ ਸੈਟਰਡੇ. ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਇਹ ਕਲਾਸ ਹੋਏਗੀ 11 ਤੋਂ 12 ਵਜੇ ਤੱਕ. ਤੇ ਜੇ ਅਗਰ ਕੋਈ ਟਾਈਮ ਦੇ ਵਿੱਚ ਚੇਂਜ ਆਂਦੀ ਹੈ ਤਾਂ ਫਿਰ ਅਸੀਂ ਤੁਹਾਨੂੰ ਗਰੁੱਪ ਦੇ ਵਿੱਚ ਪਾ ਦਾਂਗੇ. ਸੋ ਆਈ ਐਮ ਗੋਇੰਗ ਟੂ ਸਟਾਰਟ ਵਿਦ ਟੁਡੇਜ਼ ਲੈਕਚਰ. ਅਸੀਂ ਕੱਲ ਕਰ ਰਹੇ ਸੀ some polite phrases. ਸਟਾਰਟ ਕਰਨ ਲੱਗੇ ਹਾਂ ਕੁਝ phrases ਤੋਂ. ਕੱਲ ਅਸੀਂ ਕੀਤਾ ਸੀਗਾ ਲਾਸਟ ਅਸੀਂ ਕੀਤਾ ਸੀ sorry for the inconvenience. ਅੱਜ ਅਸੀਂ ਕਰਾਂਗੇ ਨੈਕਸਟ ਸੈਂਟੈਂਸ ਹੈ hope you are ਨੂੰ ਅਸੀਂ your ਵੀ ਕਰ ਸਕਦੇ ਹਾਂ. hope you are enjoying yourself. hope you are enjoying yourself. ਮੈਨੂੰ ਉਮੀਦ ਹੈ ਕਿ ਤੁਸੀਂ ਇੰਜੋਏ ਕਰ ਰਹੇ ਹੋਵੋਗੇ. ਇਹਨੂੰ ਅਸੀਂ ਇਸ ਸੈਂਟੈਂਸ ਨੂੰ ਅਸੀਂ ਕਿੱਥੇ ਯੂਜ਼ ਕਰਦੇ ਹਾਂ ਕਿ ਤੁਹਾਡੇ ਘਰ ਸਪੋਜ਼ ਕੋਈ ਲੰਚ ਤੇ ਆਇਆ, ਡਿਨਰ ਤੇ ਆਇਆ ਤੇ ਉਹ ਖਾਣਾ ਖਾ ਰਿਹਾ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਆਈ ਹੋਪ ਤੁਹਾਨੂੰ ਇੱਥੇ ਵਧੀਆ ਲੱਗ ਰਿਹਾ ਹੋਵੇਗਾ, ਤੁਸੀਂ ਇੰਜੋਏ ਕਰ ਰਹੇ ਹੋਗੇ. ਤਾਂ ਅਸੀਂ ਕੀ ਕਹਿੰਦੇ ਆ, ਹੋਪ ਯੂ ਆਰ ਇੰਜੋਇੰਗ yourself. ਹੁਣ yourself ਵੀ ਲਿਖ ਸਕਦੇ ਆ and yourselves. ਅਸੀਂ ਇਹਨਾਂ ਦੋਨਾਂ ਚੋਂ ਕੋਈ ਵੀ ਯੂਜ਼ ਕਰ ਸਕਦੇ ਆ, either yourself or yourselves. hope you are enjoying yourselves. ਜਿਹੜਾ self ਹੈ ਇਹ self ਦਾ plural ਹੈ. ਬਟ ਇੰਗਲਿਸ਼ ਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ, ਅਗਰ ਤੁਹਾਡੇ ਸਾਹਮਣੇ ਕੋਈ ਇੱਕ ਜਣਾ ਵੀ ਖੜਾ ਹੈ
ਤਾਂ ਵੀ ਤੁਸੀਂ ਕਰਦੇ ਹੋ यूज यू। अगर ਤੁਹਾਡੇ ਅੱਗੇ 10 ਲੋਕ ਵੀ ਖੜੇ ਆ ਤਾਂ ਵੀ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਹੋ ਯੂ। ਤੇ ਅਗਰ ਤੁਹਾਡੇ ਕੋਲ ਇੱਕ ਜਣਾ ਖੜਾ ਹੈ ਤਾਂ ਤੁਸੀਂ ਉਹਨੂੰ ਕਹਿਣਾ ਹੋਪ ਯੂ ਆਰ ਇੰਜੋਇੰਗ yourself, ਤਾਂ ਉੱਥੇ ਅਸੀਂ yourself ਯੂਜ਼ ਕਰਾਂਗੇ। ਔਰ ਅਗਰ ਤੁਹਾਡੇ ਸਾਹਮਣੇ 3-4 ਜਣੇ ਹੈ ਲਾਈਕ ਮੋਰ ਦੈਨ 1 ਹੈ ਤਾਂ ਤੁਸੀਂ ਕੀ ਕਹੋਗੇ ਹੋਪ ਯੂ ਆਰ ਇੰਜੋਇੰਗ yourselves। गगनवीर जी मेरी आवाज क्लियर आ रही है? यस मैम क्लियर आ रही है जी आवाज। ठीक है जी, ठीक है। तो स्क्रीन भी ठीक है ना? हाँ जी मैम। ठीक है, थैंक यू। नेक्स्ट इज जिवें हुण असीं इत्थे कीता yourself yourselves, ਤਾਂ ਜਿਹੜਾ है selves है प्लूरल है। ਇਸ ਤੋਂ ਮੈਨੂੰ ਇੱਕ ਚੀਜ਼ ਹੋਰ ਵੀ ਯਾਦ ਆ ਗਈ, ਜਿਵੇਂ ਅਸੀਂ ਕਹਿੰਦੇ ਆ ਵਾਈਫ, ਵਾਈਫ ਦਾ ਪਲੂਰਲ ਕੀ ਹੁੰਦਾ ਹੈ ਵਾਈਫਸ, ਵਾਈਫਸ। ਇਸੇ ਤਰ੍ਹਾਂ ਹੀ ਸੈਲਫ ਦਾ ਪਲੂਰਲ ਹੋ ਗਿਆ ਸੈਲਫਸ। ਤੇ ਜਿਵੇਂ ਅਸੀਂ ਕਿਹਾ ਲੀਫ, LEAF ਲੀਫ, ਲੀਫ ਕੀ ਹੁੰਦਾ ਹੈ ਪੱਤਾ। ਲੀਫ ਦਾ ਪਲੂਰਲ ਕੀ ਹੋਇਆ LEAVES ਲੀਵਸ, ਲੀਵਸ। ਤਾਂ ਇੱਥੇ ਜਿਹੜਾ ਲੀਵਸ ਹੈ ਉਹ ਪਲੂਰਲ ਹੈ, ਬਟ ਜੇ ਤੁਸੀਂ ਕਹਿੰਦੇ ਹੋ ਕਿ LEAVE ਲੀਵ, ਤਾਂ ਇਸ ਲੀਵ ਦਾ ਮਤਲਬ ਹੁੰਦਾ ਹੈ ਛੁੱਟੀ, ਛੁੱਟੀ। आई एम टेकिंग अ लीव। तो बेटे ध्यान रखना इस लीव का की मीनिंग हुंदा है छुट्टी। ते लीव्स जेड़ा है वो लीव का प्लूरल है, और लीव का मतलब छुट्टी हुंदा है, और लीव का मतलब हुंदा है जिवें ही हैज लेफ्ट, वो चला गया, जाना, किसी काम लई चले जाना, तां भी असीं लीव यूज करते हैं। ठीक है जी। लीफ ਇਹ ਧਿਆਨ ਨਾਲ ਸੁਣ ਲਓ, ਲੀਫ ਦਾ ਮਤਲਬ ਹੁੰਦਾ ਹੈ ਪੱਤਾ। ਲੀਫ ਦਾ ਕੀ ਮੀਨਿੰਗ ਹੁੰਦਾ ਹੈ ਪੱਤਾ। ਲੀਫ ਅਸੀਂ ਕਾਗਜ਼ ਦੇ ਪੰਨੇ ਨੂੰ ਵੀ ਕਹਿ ਸਕਦੇ ਹਾਂ, ਜਿਵੇਂ ਲੀਵਸ ਜਿਹੜੇ ਹੈ ਕਾਗਜ਼ ਦੇ ਜਿਹੜੇ ਬੁੱਕ ਦੇ ਪੰਨੇ ਹੁੰਦੇ ਉਹਨਾਂ ਨੂੰ ਵੀ ਅਸੀਂ ਲੀਫ ਹੀ ਕਹਿੰਦੇ ਹਾਂ, ਲੀਫ। ਤੇ ਉਹਦਾ ਪਲੂਰਲ ਹੁੰਦਾ ਹੈ ਲੀਵਸ। ਬਟ ਇੱਥੇ ਇਹ ਚੀਜ਼ ਬੜੀ ਇੰਪੋਰਟੈਂਟ ਹੈ ਕਿ ਅਗਰ ਲੀਵ ਕੱਲਾ ਹੈ ਤਾਂ ਲੀਵ ਦੇ ਵੀ ਦੋ ਮੀਨਿੰਗ ਹੁੰਦੇ ਆ। ਇੱਕ ਤਾਂ ਹੁੰਦਾ ਹੈ ਲੀਵ ਦਾ ਮੀਨਿੰਗ ਛੁੱਟੀ, ਜਿਵੇਂ ਆਈ ਐਮ ਗੋਇੰਗ ਔਨ ਅ ਲੀਵ, ਆਈ ਐਮ ਆਸਕਿੰਗ ਫॉर ਅ ਲੀਵ, ਮੈਂ ਛੁੱਟੀ ਤੇ ਮੈਂ ਛੁੱਟੀ ਮੰਗ ਰਹੀ ਹਾਂ। ਆਈ ਹੈਵ ਟੇਕਨ ਅ ਲੀਵ, ਮੈਂ ਛੁੱਟੀ ਲਿੱਤੀ ਹੈ। ਤੇ ਇੱਕ ਹੁੰਦਾ ਲੀਵ ਦਾ ਮਤਲਬ ਜਾਣਾ, ਕਿਤੋਂ ਨਿਕਲਣਾ, ਜਿਵੇਂ ਵੈਨ ਵਿਲ ਯੂ ਲੀਵ, ਤੁਸੀਂ ਕਦੋਂ ਨਿਕਲੋਗੇ, ਲੀਵ। सो लीव दे दो मीनिंग, बट अगर लीव दे लीव्स है, लीव का प्लूरल की होता है लीव्स। कमिंग टू द नेक्स्ट वर्ड और नेक्स्ट फ्रेज, ਅਸੀਂ ਕਿਸੇ ਨੂੰ ਅਗਰ ਵਿਸ਼ੇਸ ਦੇਣੀਆਂ ਹੋਣ ਜਾਂ ਗ੍ਰੀਟਿੰਗਸ ਦੇਣੀਆਂ ਹੋਣ, ਯਾਨੀ ਕਿ ਵਧਾਈ ਦੇਣੀ ਹੋਵੇ ਕਿਸੇ ਨੂੰ, ਫਿਰ ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵਿਸ਼ ਯੂ बेस्ट ऑफ लक। ਅਸੀਂ ਇੱਥੇ ਕਿਸੇ ਨੇ ਕੋਈ ਨਵਾਂ ਵੈਂਚਰ ਸ਼ੁਰੂ ਕਰਨਾ ਹੈ, ਨਵਾਂ ਕੰਮ ਸ਼ੁਰੂ ਕਰਨਾ ਹੈ, ਜਾਂ ਕੋਈ ਐਗਜ਼ਾਮ ਦੇਣਾ ਹੈ, ਤਾਂ ਅਸੀਂ ਕੀ ਕਹਿੰਦੇ ਆ ਵਿਸ਼ ਯੂ ਬੈਸਟ ਆਫ ਲਕ, ਸਾਈਨ ਆਫ ਐਕਸਕਲੇਮੇਸ਼ਨ, ਵਿਸ਼ ਯੂ ਬੈਸਟ ਆਫ ਲਕ। ਇਹਦਾ ਮਤਲਬ ਕੀ ਹੈ ਕਿ ਮੇਰੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਕਿ ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ ਉਹਦੇ ਵਿੱਚ ਸਫਲ ਹੋਵੋ, ਵਿਸ਼ ਯੂ ਬੈਸਟ ਆਫ ਲਕ। ਅੱਛਾ ਬੱਚੇ, ਇੱਕ ਗੱਲ ਹੋਰ ਹੈ ਕਿ ਇਹ ਵਾਲੇ ਜਿਹੜੇ ਸੈਂਟੈਂਸਸ ਤੁਸੀਂ ਕਰ ਰਹੇ ਹੋ, प्लीज कीप इन माइंड कि इन्हां नूं हर रोज जिहड़े सेंटेंसेस तुसीं करके जांदे हो ना, हर रोज उन्हां नूं 2 वार 3 वार 4 वार जिन्नी वार तुसीं कर सको उन्हां नूं रिपीट करिया करो। प्लस जदों तुसीं अपने फ्रेंड्स नूं WhatsApp ते मैसेज करदे हो ना अपने फ्रेंड्स नूं, उदों भी तुसीं ये सेंटेंसेस यूज करिया करो। ਉਹਦੇ ਨਾਲ ਤੁਹਾਨੂੰ ਪਤਾ ਚੱਲ ਜਾਏਗਾ ਕਿ ਮੈਂ ਇਹ ਟਾਈਪ ਕਰ ਸਕਦੀ ਹਾਂ ਕਿ ਨਹੀਂ ਕਰ ਸਕਦੀ। ਆਪਣੇ ਆਪ ਇਹਨਾਂ ਸੈਂਟੈਂਸਸ ਨੂੰ ਬਣਾ ਕੇ ਦੇਖਿਆ ਕਰੋ। ਵਿਸ਼ ਯੂ ਬੈਸਟ ਆਫ ਲੱਕ, then sign of exclamation, this is sign of exclamation, exclamatory sign ਅਸੀਂ ਕੀਤੇ ਸੀਗੇ ਆਪਾਂ ਇਵਨਿੰਗ ਕਲਾਸ ਦੇ ਵਿੱਚ। ਅਸੀਂ ਸਾਈਨ ਆਫ ਐਕਸਕਲੇਮੇਸ਼ਨ ਕੀਤਾ ਸੀ ਕਿ ਐਕਸਕਲੇਮੇਸ਼ਨ ਹੁੰਦਾ ਹੈ ਜਦੋਂ ਅਸੀਂ ਆਪਣੀ ਫੀਲਿੰਗਸ ਨੂੰ ਦੱਸਦੇ ਹਾਂ, ਜਿਵੇਂ ਮੈਂ ਹੈਰਾਨ ਹੋ ਰਹੀ ਹਾਂ ਜਾਂ ਮੈਂ ਕਿਸੇ ਨੂੰ ਵਿਸ਼ੇਸ ਦੇ ਰਹੀ ਹਾਂ
ਜਾਂ ਫਿਰ ਅਸੀਂ ਜਿਵੇਂ ਕਹਿੰਦੇ ਆ ਓ ਮਾਈ ਗॉड, ਕੋਈ ਤੁਸੀਂ ਕਿਸੇ ਚੀਜ਼ ਲਈ ਤੁਸੀਂ ਸ਼ੌਕ ਹੋ ਜਾਂਦੇ ਹੋ, ਤਾਂ ਫਿਰ ਇਹ ਕੀ ਹੁੰਦਾ ਹੈ, ਇਹ ਸਾਈਨ ਆਫ ਐਕਸਕਲੇਮੇਸ਼ਨ ਅਸੀਂ ਯੂਜ਼ ਕਰਦੇ ਆ। ਗਗਨਵੀਰ ਜੀ, ਇਹ ਬਾਰ-ਬਾਰ ਜਿਹੜੇ ਇਹ ਨਵੇਂ ਬੱਚੇ ਐਂਟਰ ਹੋ ਰਹੇ ਆ ਕਲਾਸ ਦੇ ਵਿੱਚ? ਯੈਸ ਮੈਮ, ਜਿਹੜੇ ਲੇਟ ਆ ਰਹੇ ਨਾ ਅੱਜ ਉਹਨਾਂ ਲਈ ਨਹੀਂ, ਵੇਟਿੰਗ ਉਹਦੇ ਰੂਮ ਨਾਲ ਇਨੇਬਲ ਪਤਾ ਕੀਤਾ ਕੀ ਹੁੰਦਾ, ਉਹ ਨਾ ਇੱਥੇ ਬਹੁਤ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ, ਕਿਉਂਕਿ ਇਟਸ ਆਲਰੇਡੀ 11:10 11:10 ਹੋ ਚੁੱਕੇ ਹੈ ਨਾ। ਯੈਸ, ਮੈਂ ਫਿਰ ਮੀਟਿੰਗ ਲੌਕ ਕਰ ਦਿਆ ਅੱਜ। ਹਾਂਜੀ, ਕਰ ਦੇਣੀ ਚਾਹੀਦੀ ਹੈ, ਕਿਉਂਕਿ ਫਿਰ ਇੱਥੇ ਨਾ ਬਾਰ-ਬਾਰ ਉਹ ਸਕਰੀਨ ਤੇ ਸ਼ੋ ਹੁੰਦਾ ਹੈ ਤੇ ਡਿਸਟਰਬੈਂਸ ਹੁੰਦੀ ਹੈ। ਓਕੇ ਮੈਮ। ਓਕੇ ਜੀ, ਠੀਕ ਹੈ ਜੀ। ਸੋ ਵਿਸ਼ ਯੂ ਬੈਸਟ ਆਫ ਲੱਕ, ਤੁਹਾਡਾ ਕੰਮ ਸਫਲ ਹੋਵੇ, ਤੁਹਾਨੂੰ ਇਹ ਸ਼ੁਭਕਾਮਨਾਵਾਂ ਨੇ। ਦੈਨ ਇੱਥੇ ਅਸੀਂ ਇੱਕ ਹੋਰ ਚੀਜ਼ ਵੀ ਯੂਜ਼ ਕਰ ਸਕਦੇ ਹਾਂ, ਆਲ ਦ ਬੈਸਟ। ਆਲ ਦ ਬੈਸਟ, ਆਲ ਦ ਬੈਸਟ ਮਤਲਬ ਵੀ ਉਹੀ ਹੈ ਕਿ ਤੁਹਾਡੇ ਨਾਲ ਵਧੀਆ ਹੋਵੇ, ਜੋ ਵੀ ਹੋਵੇ ਤੁਹਾਡੇ ਨਾਲ, ਚਾਹੇ ਤੁਹਾਡਾ ਐਗਜ਼ਾਮ ਹੈ, ਆਈਦਰ ਯੂ ਆਰ ਗੋਇੰਗ ਫॉर ਐਨੀ ਇੰਟਰਵਿਊ ਔਰ ਫॉर ਐਗਜ਼ਾਮ, ਤੁਹਾਡਾ ਕੁਝ ਵੀ ਤੁਸੀਂ ਵਧੀਆ ਕੰਮ ਕਰਨ ਜਾ ਰਹੇ ਹੋ ਤੇ ਉਹਦੇ ਲਈ ਅਸੀਂ ਵਿਸ਼ੇਸ ਦਿੰਨੇ ਹਾਂ, ਆਲ ਦ ਬੈਸਟ। ਬੈਸਟ ਕੀ ਹੈ? ਬੈਸਟ ਤੁਹਾਨੂੰ ਪਤਾ ਹੋਏਗਾ, ਗੁੱਡ ਇਹ ਪੋਜ਼ਿਟਿਵ ਡਿਗਰੀ ਹੈ, ਬੈਟਰ ਉਸ ਤੋਂ ਵਧੀਆ, ਐਂਡ ਬੈਸਟ। ਇਹ ਕੀ ਹੈ? ਡਿਗਰੀਜ਼ ਆਫ ਐਡਜੈਕਟਿਵਸ ਹੈ। ਇਹ ਅਸੀਂ ਫਿਰ ਦੁਬਾਰਾ ਕਰਾਂਗੇ ਆਪਣੀ ਆਉਣ ਵਾਲੀ ਕਲਾਸਿਸ ਦੇ ਵਿੱਚ, ਇਹ ਟੌਪਿਕ ਵੀ ਲਵਾਂਗੇ ਜ਼ਰੂਰ। ਗੁੱਡ, ਬੈਟਰ, ਬੈਸਟ। ਗੁੱਡ ਮੀਨਸ ਵਧੀਆ, ਬੈਟਰ ਮੀਨਸ ਉਸ ਤੋਂ ਵਧੀਆ, ਐਂਡ ਬੈਸਟ ਮੀਨਸ ਸਭ ਤੋਂ ਵਧੀਆ। ਸੋ ਅਸੀਂ ਕੀ ਕਹਿ ਰਹੇ ਹਾਂ ਵੀ ਤੁਹਾਡੇ ਨਾਲ ਸਭ ਤੋਂ ਵਧੀਆ ਹੋਵੇ, ਜੋ ਵੀ ਹੋਵੇ। ਸੋ ਆਲ ਦ ਬੈਸਟ। ਸੋ ਅਸੀਂ ਇਸ ਤਰ੍ਹਾਂ ਵਿਸ਼ੇਸ ਦੇ ਸਕਦੇ ਹਾਂ, ਆਲ ਦ ਬੈਸਟ, ਬੈਸਟ ਆਫ ਲੱਕ, ਵਿਸ਼ ਯੂ ਬੈਸਟ ਆਫ ਲੱਕ, ਤੁਸੀਂ ਕੁਝ ਵੀ ਇੱਥੇ ਯੂਜ਼ ਕਰ ਸਕਦੇ ਹੋ। Next, wishes, like we have, कोई बंदा जर्नी ਤੇ ਜਾ ਰਿਹਾ ਹੈ ਨਾ, what is journey? ਯਾਤਰਾ ਲਈ ਜਾ ਰਿਹਾ ਹੈ, ਕੋਈ ਤੁਹਾਡੇ ਘਰੋਂ ਕੋਈ ਦੂਰ ਜਾ ਰਿਹਾ ਹੈ ਨਾ, ਕੈਨੇਡਾ ਜਾ ਰਿਹਾ ਹੈ ਕੋਈ, ਜਾਂ ਕਿਸੇ ਦੂਸਰੀ ਸਿਟੀ ਵਿੱਚ ਜਾ ਰਿਹਾ ਹੈ, ਤਾਂ ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ? wish you best of journey. Wish you best of journey. JOURNEY, journey. Wish you best of journey. Wish you a happy journey. Wish you a happy journey, wish you best of journey, मतलब ਕੀ ਹੈ ਕਿ ਜਿਸ ਜਰਨੀ ਲਈ ਤੁਸੀਂ ਜਾ ਰਹੇ ਹੋ, ਜਿਸ ਯਾਤਰਾ ਲਈ ਜਾ ਰਹੇ ਹੋ, ਉਹ ਯਾਤਰਾ ਤੁਹਾਡੀ ਬਹੁਤ ਵਧੀਆ ਰਵੇ, ਬਹੁਤ ਜਿਵੇਂ ਖੁਸ਼ੀ ਵਾਲੀ ਹੋਵੇ। wish you a happy journey ਔਰ wish you best journey ਜਾਂ best of journey, ਤੁਸੀਂ ਦੋਨਾਂ ਚੋਂ ਕੋਈ ਵੀ ਲਿਖ ਸਕਦੇ ਹੋ। Coming to the next, ਅੱਜ ਕੱਲ ਕਿਉਂਕਿ WhatsApp ਦਾ ਜ਼ਮਾਨਾ ਹੈ ਤੇ ਸਾਰਾ ਕੁਝ ਸ਼ਾਰਟ ਹੋ ਗਿਆ, ਅਸੀਂ ਕੀ ਕਹਿੰਦੇ ਆ? Congo, but actually ਲਿਖਣਾ ਇਹ ਚਾਹੀਦਾ ਹੈ congratulations. congratulations, congratulations मतलब ਮੁਬਾਰਕਾਂ। और ਤੁਸੀਂ ਕਿਸੇ ਲਈ ਵੀ ਦੇ ਸਕਦੇ ਹੋ, ਇਹਨੂੰ ਬਾਰ-ਬਾਰ ਰਿਪੀਟ ਕਰੋ, congratulations। Congo ਨਹੀਂ ਕਹਿਣਾ ਕਿਸੇ ਨੇ ਵੀ, ਉਹ ਵਧੀਆ ਨਹੀਂ ਲੱਗਦਾ। congratulations मतलब ਕਿਸੇ ਵੀ ਕੰਮ ਲਈ, ਜਿਹੜਾ ਕੰਮ ਤੁਹਾਡੇ ਲਈ ਵਧੀਆ ਹੋਇਆ ਹੈ, ਤਾਂ ਤੁਸੀਂ ਉੱਥੇ ਕੀ ਕਹਿ ਰਹੇ ਹੋ? congratulations, ਵਧਾਈਆਂ ਜਿਹਨੂੰ ਅਸੀਂ ਕਹਿੰਦੇ ਹਾਂ ਮੁਬਾਰਕਾਂ, congratulations। then ਕਿਸੇ ਨੇ ਤੁਹਾਡਾ ਕੋਈ ਜੂਨੀਅਰ ਹੈ, ਕਿਸੇ ਨੇ ਬਹੁਤ ਅੱਛਾ ਕੰਮ ਕੀਤਾ ਹੈ, ਤੁਹਾਡਾ ਕੋਈ ਛੋਟਾ ਬ੍ਰਦਰ, ਸਿਸਟਰ ਜਾਂ ਤੁਹਾਡੇ ਫਰੈਂਡ, ਤੁਸੀਂ ਉਹਨੂੰ ਸ਼ਾਬਾਸ਼ ਦੇਣੀ ਹੋਵੇ, ਕਿਉਂਕਿ ਅਸੀਂ ਸ਼ਾਬਾਸ਼ ਜਿਹੜਾ ਹੈ ਨਾ, ਉਹ ਅਸੀਂ ਨਾਰਮਲੀ ਅਸੀਂ ਆਪਣੇ ਤੋਂ ਛੋਟਿਆਂ ਨੂੰ ਦਿੰਦੇ ਹੁੰਦੇ ਹਾਂ ਸ਼ਾਬਾਸ਼, ਹੈ ਨਾ। ਤਾਂ ਅਸੀਂ ਕਹਿ ਸਕਦੇ ਹਾਂ well done, well done, ਬਹੁਤ ਵਧੀਆ। keep it up, keep it up, keep it up।
कीप इट अप का मतलब यही हुंदा है कि जो तुसी करो इसे तरह ही वधिया वधिया, कीप इट अप, इनू अप ही रखना। कीप इट हुंदा है इनू इसे तरह ही रखना, इनू अप ही रखना। वेल डन, बहुत वधिया, कीप इट अप। ਅਸੀਂ ਹੋਰ ਵੀ ਲਿਖ ਸਕਦੇ ਹਾਂ, कीप अप योर गुड वर्क, कीप अप योर गुड वर्क। अपना ਜਿਹੜਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਇਹਨੂੰ ਇਸੇ ਤਰ੍ਹਾਂ ਹੀ ਜਾਰੀ ਰੱਖੋ। कीप अप योर गुड वर्क, जिस तरह ਤੁਸੀਂ ਕਰ ਰਹੇ ਹੋ ਇਹਨੂੰ ਤੁਸੀਂ ਇਸ ਤਰ੍ਹਾਂ ਹੀ ਜਾਰੀ ਰੱਖੋ। कीप अप योर गुड वर्क। Coming to the next sentences. Next sentences ਕਰਨ ਤੋਂ ਪਹਿਲੇ ਮੈਂ ਕੁਝ ਸੋਚਿਆ ਸੀ ਕਿ ਅਸੀਂ ਥੋੜੇ ਜਿਹੇ ਵਰਡਸ ਇਸ ਤਰ੍ਹਾਂ ਵੀ ਕਰੀਏ ਜਿਹਦੇ ਨਾਲ ਸਾਡੀ ਪ੍ਰੋਨੰਸੀਏਸ਼ਨ ਹੈ ਉਹ ਹੋਰ ਵੀ ਅੱਛੀ ਹੋ ਜਾਵੇ। ਸਭ ਤੋਂ ਪਹਿਲੇ ਬੱਚੇ ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਸੀਗੀ ਕਿ ਜੇਕਰ ਤੁਹਾਡੀ ਪੰਜਾਬੀ ਵਧੀਆ ਹੈ ਨਾ ਤੇ ਤੁਹਾਡੀ ਇੰਗਲਿਸ਼ ਆਪਣੇ ਆਪ ਹੀ ਵਧੀਆ ਹੋ ਜਾਏਗੀ। ਤਾਂ ਉਹਦੇ ਲਈ ਅਸੀਂ ਕੀ ਕਰਨਾ ਹੈ, ਜਿਹੜੇ ਇੰਗਲਿਸ਼ ਦੇ ਲੈਟਰਸ ਨੇ, ਅੱਛਾ ਪਹਿਲੇ ਤੁਹਾਨੂੰ ਗੱਲ ਦੱਸਦਾ, ਲੈਟਰਸ ਬੋਲਣਾ ਹੈ ਇਹਨੂੰ अल्फाबेट्स नहीं बोलना। लेटर्स एंड अल्फाबेट, अल्फाबेट हुंदी है वर्णमाला, अल्फाबेट इज वर्णमाला एंड लेटर्स की हुंदे हैं उस वर्णमाला दे अक्षर। सो पहली गल कि लेटर्स जेड़ा मैनू लग्या, जिवें तुसी मैं तुहाडे कोलों जदों पहले दिन तुहाडी इंट्रोडक्शन लई सी, मैनू ये लग्या कि कुछ बच्चे हैं ਜਿਹੜੇ ਕਿ ਬ ਔਰ ਵ ਜਿਹੜਾ ਹੈ ਉਹ ਸਹੀ ਤਰੀਕੇ ਨਹੀਂ ਬੋਲ ਪਾਉਂਦੇ। ਤਾਂ ਉਹਨੂੰ ਦੂਰ ਕਰਨ ਲਈ ਅਸੀਂ ਕੀ ਕਰਨਾ ਹੈ, ਜਿਵੇਂ ਬ, ਇਹਦਾ ਸਾਊਂਡ ਕੀ ਹੈ ਬ, ਐਂਡ ਦਿਸ ਇਜ਼ ਵ, ਬ ਵ। ਫॉर एग्जांपल बॉल, वेट। ਹੁਣ ਇੱਕ ਹੁੰਦਾ W, ਤਾਂ ਇਹਨੂੰ ਅਸੀਂ ਕਿਸ ਤਰ੍ਹਾਂ ਬੋਲਣਾ ਹੈ, wet, wet। ਜੇ ਤੁਹਾਨੂੰ ਮੇਰੀ ਨਜ਼ਰ ਆ ਰਹੀ ਹੈ ਵ, ਇਹ ਹੈ ਵ, ਇਹ ਜਿਹੜਾ W ਹੈ ਇਹ ਕੀ ਹੈ ਵ। ਇੱਕ ਵਾਰ ਮੈਂ ਉਸ ਤੋਂ ਬਾਅਦ ਵੀ ਲਾਸਟ ਵਿੱਚ ਦੁਬਾਰਾ ਦੱਸਾਂਗੀ। ਸੋ ਬ ਐਂਡ ਵ ਐਂਡ ਵ, ਬ ਵ ਵ। ਸੋ ਇਹਦੇ ਨਾਲ ਰਿਲੇਟਡ ਅਸੀਂ ਥੋੜੇ ਜਿਹੇ ਵਰਡਸ ਕਰਾਂਗੇ। ਸਭ ਤੋਂ ਪਹਿਲੇ ਅਸੀਂ ਕਰਾਂਗੇ, ਇਹ ਤੋਂ ਸਟਾਰਟ ਕਰਾਂਗੇ, all, 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 all। ਇਹਨੂੰ ਆਲ ਨਹੀਂ ਬੋਲਣਾ, ਇਹਨੂੰ ਕੀ ਬੋਲਣਾ ਹੈ all, AAL, all, BALL, ball, CALL, fall। ਹੁਣ DOLL ਡੋਲ ਹੈ, ਇਹਨੂੰ ਤੁਸੀਂ ਬ੍ਰੈਕਟ ਵਿੱਚ ਲਿਖ ਸਕਦੇ ਹੋ ਕਿ ਇਹਦੇ ਨਾਲ ਪ੍ਰੋਨੰਸੀਏਸ਼ਨ ਸੇਮ ਹੈ, ਬੋਲਣਾ ਸੇਮ ਹੈ, ਪ੍ਰੋਨੰਸੀਏਸ਼ਨ ਜਾਂ ਤੋਂ ਬਾਅਦ ਸਾਊਂਡ ਸੇਮ ਹੈ, लेकिन ਇਹਦੇ स्पेलिंग डिफरेंट है। fall, 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 HALL, hall, MALL, mall, STALL, store। सो ਇਹਦੀ ਪ੍ਰੈਕਟਿਸ ਪਲੀਜ਼ ਤੁਸੀਂ ਜ਼ਰੂਰ ਕਰਨਾ ਹੈ, ਇਹਨੂੰ ਲਿਖ ਲਓ ਔਰ ਤੁਸੀਂ ਬਿਲੀਵ ਨਹੀਂ ਕਰੋਗੇ, ਅਗਰ ਇਹ ਵਾਲੇ ਵਰਡਸ ਜਿਹੜੇ ਮੈਂ ਤੁਹਾਨੂੰ ਹੁਣ ਹੋਰ ਵੀ ਦੱਸਣ ਲੱਗੀ ਹਾਂ ਸਾਊਂਡ ਨਾਲ ਰਿਲੇਟਡ, ਇਹ ਵਾਲੇ ਵਰਡਸ ਅਗਰ ਤੁਸੀਂ ਚੰਗੀ ਤਰ੍ਹਾਂ ਕਰ ਲੋਗੇ, this is going to help you a lot। ਇਹ ਤੁਹਾਨੂੰ ਬਹੁਤ ਕੰਮ ਆਣਗੇ। all, ball, call, fall, hall, mall, stall and wall। वॉल ਹੁੰਦੀ ਹੈ ਦੀਵਾਰ, वॉल। ਅਗਰ ਇਸ ਤੋਂ ਇਲਾਵਾ ਵੀ ਤੁਹਾਨੂੰ ਹੈ ਤੁਸੀਂ ਕਰ ਸਕਦੇ ਹੋ ਪ੍ਰੈਕਟਿਸ, ਬਟ ਇਹਨੂੰ ਲਿਖ ਲਓ। ਤੁਸੀਂ ਕੀ ਕਰ ਸਕਦੇ ਹੋ, ਆਪਣੀ ਜਿਹੜੀ ਨੋਟਬੁੱਕ ਹੈ, ਨੋਟਬੁੱਕ ਦੇ ਲਾਸਟ ਵਿੱਚ ਜਾਂ
ਕਿਤੇ ਵੀ ਜਿੱਥੇ ਤੁਹਾਨੂੰ ਠੀਕ ਲੱਗਦਾ ਹੈ ਉਹਦੇ ਵਿੱਚ ਤੁਸੀਂ ਕੁਝ ਇਹ ਜਿਹੜੇ ਵਰਡਸ ਹੈ ਜਿਨ੍ਹਾਂ ਨੂੰ ਤੁਸੀਂ ਸਿਰਫ ਇਸ ਤਰ੍ਹਾਂ ਹੀ ਪ੍ਰੈਕਟਿਸ ਕਰਨਾ ਹੈ, ਠੀਕ ਹੈ। ਉਸ ਦਿਨ ਅਸੀਂ ਕੁਝ ਹੋਰ ਵਰਡਸ ਵੀ ਕਰ ਰਹੇ ਸੀਗੇ, ਜਿਵੇਂ CAW ਕੋ। ਕੋ, ਇੱਕ ਬੱਚੇ ਨੇ ਮੈਨੂੰ ਪੁੱਛਿਆ ਸੀ ਕੋ ਦਾ ਮੀਨਿੰਗ ਕੀ ਹੁੰਦਾ ਹੈ। ਕੋ ਮੀਨਸ ਜਿਹੜਾ ਕ੍ਰੋ ਹੁੰਦਾ ਹੈ ਨਾ, ਉਹ ਕ੍ਰੋ ਕੀ ਕਰਦਾ ਹੈ, ਕੋ। ਜਿਵੇਂ ਅਸੀਂ ਕਹਿੰਦੇ ਆ ਨਾ ਕੈਟ ਮਿਊ ਕਰਦੀ ਹੈ, ਕੈਟ ਕੀ ਕਰਦੀ ਹੈ, ਮਿਊ, ਮਿਆਉ ਮਿਆਉ ਕਰਦੀ ਹੈ ਨਾ, ਉਹਨੂੰ ਇੰਗਲਿਸ਼ ਕਹਿੰਦੇ ਆ MEW ਮਿਊ। ਸੋ ਕ੍ਰੋ ਕੀ ਕਰਦਾ ਹੈ, ਕੋ, CAW ਕੋ। SAW ਸੌ। ਸੌ ਦਾ ਕੀ ਮਤਲਬ ਹੁੰਦਾ ਹੈ, ਸੌ ਦੇ ਵੀ ਦੋ ਮੀਨਿੰਗ ਹੁੰਦੇ ਆ। ਇੱਕ ਸੌ ਦਾ ਮਤਲਬ ਹੁੰਦਾ ਹੈ ਵੇਖਿਆ, ਵੇਖਿਆ, ਸੀ ਸੌ ਸੀਨ, ਤੇ ਇੱਕ ਸੌ ਹੁੰਦੀ ਹੈ ਆਰੀ, ਆਰੀ, ਸੌ, ਓਕੇ। LAW ਲੋ, ਇਹ ਵਰਡ ਅਸੀਂ ਉਦੋਂ ਕਰ ਰਹੇ ਸੀਗੇ ਜਦੋਂ ਤੁਸੀਂ ਲਾਇਰ ਪੁੱਛਿਆ ਸੀ ਨਾ। LAW ਲੋ, SAW ਸੌ, CAW ਕੋ, PAW ਪੋ। ਪੋ ਮੀਨਸ ਜਿਵੇਂ ਲਾਇਨ ਹੁੰਦਾ ਹੈ, ਲਾਇਨ ਜਾਂ ਕੈਟ ਹੈ, ਉਹਦੇ ਪੰਜੇ ਹੈ ਨਾ, ਅਸੀਂ ਉਹਨੂੰ ਕੀ ਕਹਿੰਦੇ ਆ, ਪੋ, ਉਹਦਾ ਪੰਜਾ, ਪੋ। ਜਿਹੜਾ ਉਹਦਾ ਪੈਰ ਹੁੰਦਾ ਹੈ ਨਾ, ਉਹਨੂੰ ਪੋ ਕਿਹਾ ਜਾਂਦਾ ਹੈ। ਔਰ ਜਿਵੇਂ ਜਿਹੜੇ ਬਰਡਸ ਹੁੰਦੇ ਆ, ਬਰਡਸ ਦੇ ਜਿਹੜੇ ਪੰਜੇ ਹੁੰਦੇ ਆ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਕਲੋ, CLAW ਕਲੋ, PAW ਪੋ। ਸੋ ਪੋ ਕਹਿੰਦੇ ਜਿਵੇਂ ਬਿੱਲੀ ਹੈ, ਬਿੱਲੀ, ਔਰ ਜਾਂ ਬਿੱਲੀ ਹੈ ਜਾਂ ਲਾਇਨ ਹੈ, ਜਾਂ ਕਿਸੇ ਦੇ ਵੀ ਜਿਹੜੇ ਪੈਰ ਹੁੰਦੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਪੋਜ਼, ਪੋ, ਪੋਜ਼ ਉਹਦਾ ਪਲੂਰਲ ਹੈ। ਐਂਡ CLAW ਕਲੋ ਕੀ ਹੁੰਦੇ ਆ, ਜਿਹੜਾ ਬਰਡਸ ਹੈ, ਜਿਹੜੇ ਬਰਡਸ ਦੇ ਪੰਜੇ ਹੁੰਦੇ ਆ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਕਲੋ। ਇੱਕ ਹੋਰ ਵਰਡ ਮੈਂ ਤੁਹਾਨੂੰ ਦੱਸਣਾ ਹੈ, GNAW ਨੋ, GNAW ਨੋ, ਇਹਨੂੰ ਕੀ ਬੋਲਣਾ ਹੈ, ਨੋ। ਇਹ ਪਹਿਲੇ ਆਪਾਂ ਸਾਰੇ ਵਰਡਸ ਇੱਕ ਵਾਰ ਲਿਖ ਲਈਏ, ਫਿਰ ਮੈਂ ਤੁਹਾਨੂੰ ਇਹਦੇ ਮੀਨਿੰਗ ਵੀ ਦੱਸਾਂਗੀ। JAW ਜੋ। ਬੱਚੇ ਇਹਦੇ ਨਾ ਤੁਸੀਂ ਇਹਨੂੰ ਜਿਸ ਤਰ੍ਹਾਂ ਵੀ ਪੰਜਾਬੀ ਵਿੱਚ ਲਿਖਣਾ ਹੈ ਜਾਂ ਇਹਨੂੰ ਰਿਕਾਰਡ ਕਰਨਾ ਹੈ, whatever you want to do, ਲੇਕਿਨ ਇਹਨਾਂ ਦੀ ਪ੍ਰੋਨਾਂਸੀਏਸ਼ਨ ਬਿਲਕੁਲ ਠੀਕ ਹੋਣੀ ਚਾਹੀਦੀ ਹੈ। ਇਹਨੂੰ ਜੋ ਨਹੀਂ, ਇਹਨੂੰ ਬੋਲਣਾ ਹੈ ਜੋ, ਇਹਨੂੰ ਕਨੌੜੇ ਦੇ ਨਾਲ ਬੋਲਣਾ, ਠੀਕ ਹੈ, ਜੋ। ਸੋ ਇਹਨੂੰ ਰਿਪੀਟ ਕਰਦੇ ਆ, ਕੋ, ਸੌ, ਲੋ, ਪੋ, ਕਲੋ, ਨੋ ਐਂਡ ਜੋ। ਹੁਣ ਨੋ ਦਾ ਕੀ ਮਤਲਬ ਹੁੰਦਾ ਹੈ, GNAW, ਇਹਦੇ ਵਿੱਚ G ਸਾਇਲੈਂਟ ਹੈ। ਨੋ ਹੁੰਦਾ ਹੈ ਕਿਸੇ ਚੀਜ਼ ਦੇ ਛੋਟੇ 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 ਟੁਕੜੇ ਕਰਨਾ, ਮਤਲਬ ਉਹਨੂੰ ਕੁਤਰਨਾ। ਆਪਾਂ ਇੱਕ ਵਰਡ ਕੀਤਾ ਸੀ ਨਾ ਇਵਨਿੰਗ ਕਲਾਸ ਚ, ਆਈ ਥਿੰਕ, ਜਾਂ ਮਾਰਨਿੰਗ ਕਲਾਸ ਦੇ ਵਿੱਚ, ਨਿਬਲ, NIBBLE ਨਿਬਲ, NIBBLE ਨਿਬਲ। ਸੋ ਨਿਬਲ ਮੀਨਸ ਨੋ ਕਰਨਾ, ਕਿਸੇ ਚੀਜ਼ ਨੂੰ ਛੋਟਾ ਛੋਟਾ ਕੁਤਰਨਾ। ਐਂਡ ਜੋ ਹੁੰਦਾ ਸਾਡਾ ਜਬਾੜਾ, ਜਬਾੜਾ, ਜੋ। ਜਿਵੇਂ ਤੁਹਾਡੇ ਫੇਸ ਦੇ ਉੱਤੇ ਜਬਾੜੇ ਵਾਲੀ ਜਿਹੜੀ ਲਾਈਨ ਹੁੰਦੀ ਹੈ, ਉਹਨੂੰ ਕੀ ਕਿਹਾ ਜਾਂਦਾ ਹੈ, ਜੋ ਲਾਈਨ, ਜੋ ਇਜ਼ ਜਬਾੜਾ। ਸੋ ਥੀਸ ਵਰ ਦ ਵਰਡਸ ਜਿਹਨੂੰ ਤੁਸੀਂ ਵਾਰ-ਵਾਰ, ਇਹ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜੇ ਜਿਹੇ ਵਰਡਸ ਜਿਹੜੇ ਹੈ ਉਹ ਹਰ ਰੋਜ਼ ਅਸੀਂ ਯੂਜ਼ ਕਰਿਆ ਕਰੀਏ, ਸੋ ਦੈਟ ਤੁਸੀਂ ਉਹਨਾਂ ਦੀ ਵਾਰ-ਵਾਰ ਪ੍ਰੈਕਟਿਸ ਕਰੋ। Coming to next words, got, hot, lot, not, dot, rot, pot,
got, hot, lot, not, dot, rot and pot. So ਇਹਦੇ ਵਿੱਚ ਵੀ ਕੀ ਲੱਗਿਆ ਹੈ ਤਨੋੜਾ। got ਹੁੰਦਾ ਹੈ ਕਿਸੇ ਚੀਜ਼ ਨੂੰ ਪ੍ਰਾਪਤ ਕੀਤਾ, hot means ਗਰਮ, lot like I like her a lot, lot means ਬਹੁਤ ਜ਼ਿਆਦਾ, not ਤੁਹਾਨੂੰ ਪਤਾ ਹੈ not ਤੇ ਇੱਕ ਹੁੰਦਾ ਹੈ KNOT not, KNOT not ਦਾ ਮਤਲਬ ਹੁੰਦਾ ਹੈ ਗੱਠ, ਜਿਵੇਂ ਟਾਈ ਦੀ ਅਸੀਂ ਗੱਠ ਨੋਟ ਬਣਾਉਂਦੇ ਆ ਨਾ, ਸੋ ਨੋਟ ਕੀ ਹੁੰਦੀ ਹੈ ਗੰਢ ਜਾਂ ਗੱਠ, not dot rot। now what is the meaning of rot? ROT rot ਹੁੰਦਾ ਹੈ ਕਿਸੇ ਚੀਜ਼ ਦਾ ਗਲਣਾ ਸੜਨਾ, rot and pot, pot ਤੁਹਾਨੂੰ ਪਤਾ ਹੈ ਮਟਕਾ, rot means ਕਿਸੇ ਚੀਜ਼ ਦਾ ਗਲਣਾ ਜਾਂ ਸੜਨਾ। ਇੱਥੇ ਤੱਕ ਅਗਰ ਕਿਸੇ ਦਾ ਕੋਈ ਕੁਐਸਚਨ ਹੈ ਪਲੀਜ਼ ਰੇਜ਼ ਯੋਰ ਹੈਂਡਸ। ਜੇਕਰ ਕਿਸੇ ਦਾ ਕੋਈ ਕੁਐਸਚਨ ਹੈ ਪਲੀਜ਼ ਰੇਜ਼ ਯੋਰ ਹੈਂਡਸ, ਨਹੀਂ ਤਾਂ ਫਿਰ ਅਸੀਂ ਅੱਗੇ ਚਲੀਏ। Anyone having any question? ਗਗਨਵੀਰ ਜੀ ਕਿਸੇ ਦਾ ਕੋਈ ਕੁਐਸਚਨ ਹੈ, ਕੋਈ ਡਾਊਟ? ਬੱਚੇ ਇਹ ਤੁਹਾਡੀ ਕਲਾਸ ਦੀ ਤਰ੍ਹਾਂ ਹੈ, ਕਲਾਸ ਦੇ ਵਿੱਚ ਜੇਕਰ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਤੇ ਤੁਸੀਂ ਪਲੀਜ਼ ਵਿਦਆਊਟ ਐਨੀ ਹੈਜ਼ਿਟੇਸ਼ਨ ਯੂ ਕੈਨ ਆਸਕ। ਵੈਸੇ ਅਜੇ ਤੱਕ ਤੇ ਕਿਸੇ ਦਾ ਹੈਂਡ ਰੇਜ਼ ਨਹੀਂ ਹੈਗਾ, ਸੋ ਆਪਾਂ ਕੰਟੀਨਿਊ ਕਰ ਲੈਂਦੇ ਹਾਂ। ਸਟਾਲ, ਇੱਕ ਬੱਚਾ ਪੁੱਛ ਰਿਹਾ what is the meaning of stall? ਬੱਚੇ ਸਟਾਲ ਹੁੰਦਾ ਹੈ ਜਿਵੇਂ ਤੁਸੀਂ ਕਿਸੇ ਐਗਜ਼ੀਬਿਸ਼ਨ ਤੇ ਗਏ ਉੱਥੇ ਕੀ ਸਟਾਲ ਲੱਗੇ ਹੁੰਦੇ ਆ, ਕੀ ਹੁੰਦਾ ਸਟਾਲ ਲੱਗੇ ਹੁੰਦੇ ਨੇ ਛੋਟੀ ਛੋਟੀ, ਜਿਵੇਂ ਅਸੀਂ ਕਹਿੰਦੇ ਆ ਫੜੀਆਂ ਜਿਹੀਆਂ ਲੱਗੀਆਂ ਹੁੰਦੀਆਂ, ਸਟਾਲ ਲੱਗੇ ਹੁੰਦੇ ਆ, ਉਹਨਾਂ ਨੂੰ ਸਟਾਲ ਕਹਿੰਦੇ ਆ ਜਿਹਦੇ ਉੱਤੇ ਸਮਾਨ ਰੱਖ ਕੇ ਵੇਚਿਆ ਜਾਂਦਾ ਹੈ, ਸੋ ਦੈਟ ਇਜ਼ ਕਾਲਡ ਸਟਾਲ। ਜਿਵੇਂ ਤੁਸੀਂ ਕਿਸੇ ਫੰਕਸ਼ਨ ਤੇ ਗਏ ਹੋ ਉੱਥੇ ਖਾਣੇ ਦੇ ਸਟਾਲ ਲੱਗੇ ਹੋਏ ਆ, ਤਾਂ ਕਿਸੇ ਟੇਬਲ ਤੇ ਜਾਂ ਉੱਚੇ ਪਲੇਟਫਾਰਮ ਦੇ ਉੱਤੇ ਜਿਹੜਾ ਹੈ ਸਮਾਨ ਰੱਖਿਆ ਹੋਵੇ, ਚਾਹੇ ਤੁਸੀਂ ਉਹਦੇ ਵਿੱਚੋਂ ਪਾਣਾ, ਤਾਂ ਅਸੀਂ ਉਹਨੂੰ ਕੀ ਕਹਿੰਦੇ ਆ ਸਟਾਲ। ਹਾਂਜੀ, ਇੱਕ ਬੱਚਾ ਹੋਰ ਪੁੱਛ ਰਿਹਾ ਮੀਨਿੰਗ ਆਫ ਕਲॉ। ਕਲॉ ਹੁੰਦੇ ਆ ਜਿਹੜੇ ਬਰਡਸ ਦੇ ਪੰਜੇ ਹੁੰਦੇ ਆ ਨਾ, ਉਹਨੂੰ ਅਸੀਂ ਕਹਿੰਦੇ ਆ ਕਲॉ, CLAW ਕਲॉ। ਜਿਹੜੇ ਬਰਡਸ ਦੇ ਪੰਜੇ ਹੁੰਦੇ ਆ, ਉਹਨਾਂ ਦੇ ਪੈਰਾਂ ਦੇ ਪੰਜੇ ਹੁੰਦੇ ਆ ਨਾ, ਉਹਨਾਂ ਨੂੰ ਕਿਹਾ ਜਾਂਦਾ ਹੈ ਕਲॉ। ਯੈਸ, ਮੀਨਿੰਗ ਆਫ ਕਲॉ ਇਜ਼ ਪੰਜੇ। ਇੱਕ ਬੱਚੇ ਨੇ ਪੁੱਛਿਆ ਪॉट, POT ਪॉट। ਬੱਚੇ ਪॉट ਮੀਨਸ ਮਟਕਾ, ਮਟਕਾ ਜਿਹੜਾ ਮਿੱਟੀ ਦਾ ਮਟਕਾ ਹੁੰਦਾ ਉਹਨੂੰ ਕੀ ਕਿਹਾ ਜਾਂਦਾ ਹੈ ਅਰਦਨ ਪॉट, EARTHERN ਅਰਦਨ ਪॉट। ਅੱਛਾ, ਮੀਨਿੰਗ ਆਫ ਨੋਟ, KNOT ਨੋਟ। ਨੋਟ ਹੁੰਦਾ ਤੁਸੀਂ ਟਾਈ ਲਗਾਈ, ਟਾਈ ਲਗਾ ਕੇ ਉਹਨੂੰ ਬੰਨਿਆ ਤੇ ਕੀ ਹੁੰਦੀ ਹੈ ਟਾਈ ਦੀ ਗੰਢ ਹੁੰਦੀ ਹੈ ਨਾ, ਸੋ ਟਾਈ ਦੀ ਗੰਢ ਨੂੰ ਕੀ ਕਿਹਾ ਜਾਂਦਾ ਹੈ ਨੋਟ, ਠੀਕ ਹੈ। ਐਂਡ ਡॉट, ਡॉट ਹਾਂਜੀ ਬੱਚੇ ਡॉट ਦਾ ਮਤਲਬ ਇੱਕ ਬਿੰਦੂ, ਡॉट ਲਗਾ ਦੋ, ਜਿਵੇਂ ਅਸੀਂ ਕਹਿੰਦੇ ਆ ਡॉट्स, ਹਾਂ ਬਿੰਦੂ। ਸੈਂਟੇਨਰੀ, CENTENRY ਸੈਂਟੇਨਰੀ, ਸੈਂਟੇਨਰੀ। ਜਿਹਨੇ ਵੀ ਪੁੱਛਿਆ ਨੂੰ ਦੱਸਣਾ ਸੈਂਟੇਨਰੀ ਬੋਲਣਾ ਹੈ, ਠੀਕ ਹੈ। ਸੈਂਟੇਨਰੀ ਹੁੰਦਾ ਰਿਲੇਟਡ ਟੂ 100 years, 100 ਸਾਲ ਨਾਲ ਰਿਲੇਟਡ, ਉਹਨੂੰ ਕੀ ਕਹਿੰਦੇ ਸੈਂਟੇਨਰੀ। ਹਾਂਜੀ, ਐਨੀ ਅਦਰ? Now we are doing only phrases. ਬੱਚੇ ਤੁਸੀਂ ਹੈਂਡ ਰੇਜ਼ ਕਰ ਲਓ, ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆ ਰਹੀ, ਤੁਸੀਂ ਹੈਂਡ ਰੇਜ਼ ਕਰ ਲਓ ਜਿਹਨੇ ਪੁੱਛਿਆ ਨਾ। Now we are doing only phrases, ਤੁਸੀਂ ਪੁੱਛ ਲਓ ਕੁਐਸਚਨ। ਇਹ ਇੰਟਰੈਕਟਿਵ ਕਲਾਸ ਹੈ, ਇਹਦੇ ਵਿੱਚ ਤੁਸੀਂ ਕੁਐਸਚਨ ਹੈਂਡ ਰੇਜ਼ ਕਰਕੇ ਪੁੱਛ ਸਕਦੇ ਹੋ। ਇਹ ਤੁਹਾਡੀ ਏਦਾਂ ਕਲਾਸ ਨਹੀਂ ਕਿ ਤੁਸੀਂ ਕਿਉਂ ਹੈਂਡ ਰੇਜ਼ ਕੀਤਾ, ਤੁਸੀਂ ਵਿੱਚ ਵਿੱਚ ਜਿੱਥੇ ਤੁਹਾਨੂੰ ਕੋਈ ਡਾਊਟ ਲੱਗ ਰਿਹਾ ਨਾ ਯੂ ਕੈਨ ਆਸਕ, ਮੈਂ ਤੁਹਾਨੂੰ ਥੋੜਾ ਟਾਈਮ ਤੋਂ ਬਾਅਦ। ਹਾਂਜੀ, ਸੈਂਟੇਨਰੀ ਇਜ਼ ਰਿਲੇਟਡ ਟੂ 100 years। ਹਾਂਜੀ, ਹੈਂਡ ਰੇਜ਼ ਹੋਇਆ, ਪਲੀਜ਼ ਆਸਕ। ਗਗਨਵੀਰ ਜੀ ਲੈ ਲਓ ਇਹਨਾਂ ਨੂੰ ਇੱਕ ਵਾਰ। ਹਾਂਜੀ ਹਾਂਜੀ ਬੇਟੇ ਪੁੱਛੋ। ਮੈਮ ਹੁਣ ਅਸੀਂ ਓਨਲੀ ਫਰੇਜ਼ਸ ਕਰ ਰਹੇ ਹਾਂ ਜਿਹੜੀਆਂ ਕਾਮਨਲੀ ਯੂਜ਼ ਕੀਤੀਆਂ ਜਾਂਦੀਆਂ ਨੇ। ਹਾਂਜੀ ਹਾਂਜੀ ਮੈਮ ਕੋਈ
सब्जेक्ट होता नहीं करे, मतलब कोई पर्टिकुलर सब्जेक्ट। सब्जेक्ट किस तरह बेटे, मैनू समझ नहीं आई तुहाडी गल। पर्टिकुलर चैप्टर। नहीं चैप्टर किस तरह कर लांगे, बिकॉज साडी क्लास दे विच सारे अलग अलग ग्रेड्स दे बच्चे हैं। ਅਸੀਂ स्पोकन मैम इंग्लिश कर थैंक रहे हैं ना बेटे, ਅਸੀਂ स्पोकन इंग्लिश कर रहे हैं, तो स्पोकन इंग्लिश ਦੇ ਵਿੱਚ ਅਸੀਂ ਉਹੀ ਕਰਾਂਗੇ ਨਾ ਜੋ ਅਸੀਂ ਰੋਜ਼ ਯੂਜ਼ ਕਰ ਸਕਦੇ ਹਾਂ। ਸਮਝ ਰਹੇ ਹੋ ਮੇਰੀ ਗੱਲ? यस मैम। ਜਿਹੜੇ ਚੈਪਟਰਸ ਹੁੰਦੇ ਆ ਨਾ, ਚੈਪਟਰਸ ਤੁਸੀਂ ਕਿਸ ਤਰ੍ਹਾਂ ਕਰ ਲੋਗੇ, ਕਿਉਂਕਿ ਤੁਹਾਡੀ ਬੁੱਕ ਦਾ ਚੈਪਟਰ ਕੋਈ ਹੋਰ ਹੈ, ਕਿਸੇ ਹੋਰ ਦਾ ਕੋਈ ਹੋਰ ਚੈਪਟਰ ਹੈ। ਇਹ ਬੱਚੇ ਸਪੋਕਨ ਇੰਗਲਿਸ਼ ਦੀ ਕਲਾਸ ਹੈ, ਤੁਸੀਂ ਕੀ ਚਾਹੁੰਦੇ ਹੋ ਪਲੀਜ਼ ਮੈਨੂੰ ਦੱਸੋ। मैम लाइक जिवें आपां इडियम्स करदे आ हना, ਹਾਂਜੀ एडजेक्टिव ਹਾਂ। कोई पर्टिकुलर चैप्टर ਤਾਂ ਨਹੀਂ ਚੱਲ ਰਿਹਾ ਵੀ ਆਪਾਂ ਓਨਲੀ ਫਰੇਜ਼ਸ नो ਕਰ नो ਰਹੇ नो ਹਾਂ नो ਨਾ। नो नो ਅਜੇ ਅਸੀਂ ਫਰੇਜ਼ਸ ਜਾਂ ਸੈਂਟੈਂਸਸ ਕਰਨੀ ਆ। ਤੇ ਫਰੇਜ਼ਸ ਦਾ ਮਤਲਬ ਹੁੰਦਾ ਹੈ ਉਹ ਵਰਡਸ ਜਿਹੜੇ ਕਿ ਲੱਗਦੇ ਦਾ ਮੈਂ ਤੁਹਾਨੂੰ ਇਹ ਵੀ ਹੁਣੇ ਦੱਸਦੀ ਹਾਂ ਸੈਂਟੈਂਸ ਔਰ ਫਰੇਜ਼ ਦਾ ਕੀ ਮਤਲਬ ਹੁੰਦਾ ਹੈ। ਵੀਰ ਜੀ ਹੋਰ ਹੈਂਡ ਰੇਜ਼ ਹੈ। ਫਰੇਜ਼ ਹੁੰਦਾ ਹੈ ਇੱਕ ਹੁੰਦੇ ਸੈਂਟੈਂਸ ਤੇ ਇੱਕ ਹੁੰਦੇ ਫਰੇਜ਼। ਸੋ ਸੈਂਟੈਂਸ ਕੀ ਹੁੰਦਾ ਹੈ, ਸਪੋਜ਼ ਮੈਂ ਕਿਹਾ ਦਿਸ ਗਰਲ ਇਜ਼ beautiful very, this is girl beautiful very, so it is not making any sense, it is not making any sense। ठीक है ना, यदि कोई सेंस नहीं बनी, लेकिन मैं क्या this girl is very beautiful, ਤਾਂ ਇਹ ਕੀ ਬਣਿਆ ਕੰਪਲੀਟ ਸੈਂਸ ਬਣ ਗਈ। ਕੀ ਬਣੀ, ਇਹ ਕੰਪਲੀਟ ਸੈਂਸ ਬਣ ਗਈ ਹੈ ਨਾ। ਸੋ ਦਿਸ ਇਜ਼ ਕਾਲਡ ਅ ਸੈਂਟੈਂਸ, ਇਹਨੂੰ ਅਸੀਂ ਕੀ ਕਵਾਂਗੇ ਸੈਂਟੈਂਸ। ਫਰੇਜ਼ ਕੀ ਹੁੰਦੇ ਆ, ਉਹ ਵਾਲੇ ਵਰਡਸ ਜਿਨ੍ਹਾਂ ਦੀ ਸੈਂਸ ਬਣ ਰਹੀ ਹੈ। ਵਿੱਚ ਬੱਚੇ ਨੇ ਹਰਨੂਰ ਕੌਰ ਆਈ ਥਿੰਕ ਉਹਨਾਂ ਨੇ ਬੜਾ ਵਧੀਆ ਲਿਖਿਆ ਸੀਗਾ ਕਿ ਫਰੇਜ਼ ਦਾ ਮੀਨਿੰਗ ਹੁੰਦਾ ਹੈ ਉਹ ਵਾਲੇ ਸੈਂਟੈਂਸਸ ਜਿਨ੍ਹਾਂ ਦੀ ਸੈਂਸ ਤਾਂ ਨਿਕਲ ਰਹੀ ਹੈ ਬਟ ਨਾਟ ਇਨ ਕੰਪਲੀਟ ਫਾਰਮ। ਫॉर एग्जांपल ਅਸੀਂ ਹੁਣੇ ਕੀਤਾ all the best, all the best, ਹੁਣ ਕੀ ਹੈ ਸੈਂਸ ਨਿਕਲ ਰਹੀ ਹੈ ਲੇਕਿਨ ਥੋੜੀ ਜਿਹੀ, ਜਿਵੇਂ ਮੈਂ ਤੁਹਾਨੂੰ ਪੁੱਛਿਆ where did you go, ਕਿੱਥੇ ਗਏ ਸੀ ਤੁਸੀਂ ਕਿਹਾ to the market। ਮੈਂ ਪੁੱਛਿਆ where is the water, ਤੁਸੀਂ ਕਿਹਾ in the jug। ਤਾਂ in the jug ਕੀ ਹੈ, पूरा सेंटेंस नहीं है, सेंस निकल रही है बट थोड़ी निकल रही है। सिंपली क्या इन द जग मतलब पानी जग दे विच, ठीक है। तो ਇਹਦਾ मीनिंग की है, ਇਹਦੀ सेंस ਤਾਂ है बट ਕੀ है इनकम्प्लीट, इन द जग, इन द पॉन्ड। सो ਅਸੀਂ ਉਹ ਵਰਡਸ ਕਰ ਰਹੇ ਹਾਂ ਜਿਨ੍ਹਾਂ ਦੀ सेंस है, ਜਿਵੇਂ ਮੈਂ ਕਿਹਾ all the best। ਸੋ ਇੱਕ ਫਰੇਜ਼ ਹੈ, ਇਹ ਸੈਂਟੈਂਸ ਵੀ ਕਹਿ ਸਕਦੇ ਹਾਂ, ਇਹਨੂੰ ਫਰੇਜ਼ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੀ ਸੈਂਸ ਤਾਂ ਹੁੰਦੀ ਹੈ ਬਟ ਕੰਪਲੀਟ ਨਹੀਂ ਹੁੰਦੀ ਕਿ ਇਹਦੇ ਵਿੱਚ ਇਜ਼ ਵੀ ਲੱਗਿਆ, ਹੈਲਪਿੰਗ ਵਰਬ ਵੀ ਲੱਗਿਆ, ਸਾਰਾ ਕੁਝ ਲੱਗਿਆ ਹੋਇਆ, ਕੰਪਲੀਟ ਸੈਂਸ ਨਹੀਂ ਹੋਏਗੀ। ਸੋ ਫਰੇਜ਼ਸ ਆਰ ਜਿਨ੍ਹਾਂ ਦੀ ਇਨਕੰਪਲੀਟ ਸੈਂਸ ਹੁੰਦੀ ਹੈ, ਠੀਕ ਹੈ। ਨੈਕਸਟ ਇਜ਼ ਅਸੀਂ ਕਰਾਂਗੇ ਇੱਕ ਅੱਜ ਅਸੀਂ ਕੀਪ ਇਟ ਅਪ। ਅੱਛਾ ਬੱਚਾ ਪੁੱਛ ਰਿਹਾ व्हाट इज द मीनिंग ऑफ कीप इट अप। कीप इट अप मतलब ਇਸ ਚੀਜ਼ ਨੂੰ ਏਦਾਂ ਹੀ ਬਰਕਰਾਰ ਰੱਖਣਾ, ਕੀਪ ਇਟ ਅਪ, ਇਹਨੂੰ ਉੱਪਰ ਰੱਖਣਾ, ਕੀਪ ਇਟ ਅਪ। ਅਸੀਂ ਕਹਿੰਦੇ ਨਾ ਵੈਲ ਬਹੁਤ ਵਧੀਆ ਕੀਤਾ, ਤੂੰ ਏਦਾਂ ਹੀ ਰਹੀ, ਹੁਣ ਇਸ ਤਰ੍ਹਾਂ ਹੀ ਚਲਦੀ ਰਹਿ, ਕੀਪ ਇਟ ਅਪ, ਇਹਨੂੰ ਇਸ ਤਰ੍ਹਾਂ ਹੀ ਉੱਪਰ ਰੱਖਣਾ। ਹਾਂਜੀ ਇੱਕ ਬੱਚਾ ਪੁੱਛ ਰਿਹਾ ਮੈਮ ਕਮਿਊਨੀਕੇਸ਼ਨ ਦਾ ਕੀ ਮਤਲਬ ਹੁੰਦਾ ਹੈ। ਕਮਿਊਨੀਕੇਟ ਹੁੰਦਾ ਹੈ ਆਪਣੀ ਗੱਲ ਦੂਸਰੇ ਤੱਕ ਪਹੁੰਚਾਣਾ, अपनी गल नू दूसरे तक पहुंचाना। दिस इज कॉल्ड कम्युनिकेशन। फॉर एग्जाम्पल मैं अपनी गल तुहाडे तक पहुंचा रही हूं, इट मीनस आई एम कम्युनिकेटेड, साडे विच की हो रही है गल दूसरे तक पहुंच रही है। और ये जिहड़ी कम्युनिकेशन है ये वर्बल भी हो सकती है, रिटन भी हो सकती है और जेस्चर्स नाल भी हो सकती है। फॉर एग्जाम्पल तुसीं मैनूं पुछया मैम ये काम इस तरह कर सकते हैं ते मैं इस तरह कीता, मैं सिर्फ नॉट किया, ठीक है। बट एक मिनट बच्चे मैं दस दें क्विंटेसेंशियल मैं नोट कर लेनी है जेडे क्विंटेसेंशियल जेडे की असी गल कर रहे सी। मैं सिर्फ नॉट किया है ना, नॉट किया, सिर हिलाया हाँ विच NOT नॉट, तो मेरी गल तुहाडे तक पहुंच गई ना, तुहानू पता चल गया
ਕਿ ਮੈਮ ਕੀ ਕਹਿ ਰਹੇ, ਮੈਮ ਨੇ ਹਾਂ ਚ ਜਵਾਬ ਦਿੱਤਾ, ਮੇਰੀ ਗੱਲ ਤੁਹਾਡੇ ਤੱਕ ਪਹੁੰਚ ਗਈ। ਇਹ ਹੁੰਦੇ ਆ ਜੈਸਚਰਸ। ਮੈਂ ਅੱਖਾਂ ਨੂੰ ਇਦਾਂ ਕੀਤਾ, ਜਾਂ ਮੈਂ ਅੱਖਾਂ ਨਾਲ ਗੱਲ ਕੀਤੀ, ਜਾਂ ਮੈਂ ਸਿਰ ਹਿਲਾਇਆ, ਜਾਂ ਮੈਂ ਇਸ ਤਰ੍ਹਾਂ ਕੀਤਾ, ਠੀਕ ਹੈ ਨਾ। ਤਾਂ ਮੈਂ ਆਪਣੇ ਜੈਸਚਰਸ GESTURES ਇਹਦੇ ਨਾਲ ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਈ, ਠੀਕ ਹੈ। ਤਾਂ ਇਹ ਕੀ ਹੋ ਗਿਆ, ਜਿਹੜੀ ਹੈ ਕਮਿਊਨੀਕੇਸ਼ਨ ਹੋਈ ਹੈ ਜੈਸਚਰ ਨਾਲ। ਇੱਕ ਹੋਈ ਹੈ ਤੁਸੀਂ ਮੈਨੂੰ ਲੈਟਰ ਭੇਜਿਆ, ਮੈਮ ਇਹ ਵਾਲਾ ਕੰਮ ਕਰਨਾ ਹੈ, ਮੈਂ ਤੁਹਾਨੂੰ ਲੈਟਰ ਦੇ ਵਿੱਚ ਜਵਾਬ ਦਿੱਤਾ ਕਿ ਇਹ ਕੰਮ ਇਸ ਤਰ੍ਹਾਂ ਹੋ ਜਾਏਗਾ। ਤਾਂ ਇਹ ਕੀ ਹੈ, ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾ ਦਿੱਤੀ। ਤਾਂ ਇਹ ਵੀ ਕਿਸੇ ਕਮਿਊਨੀਕੇਸ਼ਨ। ਔਰ ਥਰਡ ਹੈ ਵਰਬਲ, ਜਿੱਦਾਂ ਮੈਂ ਬੋਲ ਰਹੀ ਹਾਂ ਮੇਰੀ ਗੱਲ ਤੁਹਾਡੇ ਤੱਕ ਪਹੁੰਚ ਰਹੀ ਹੈ, ਤਾਂ ਦਿਸ ਇਜ਼ ਆਲਸੋ ਕਾਲਡ ਕਮਿਊਨੀਕੇਸ਼ਨ। ਓਕੇ, ਨੈਕਸਟ ਬੱਚੇ ਨੇ ਪੁੱਛਿਆ ਕੁਇੰਟਐਸੈਂਸ਼ੀਅਲ। ਅੱਛਾ, ਇੱਕ ਪਹਿਲੇ ਦੱਸਦਾ, ਬਹੁਤ ਵਾਰ ਪੁੱਛ ਲਿਆ ਰਵਨੀਤ ਕੌਰ ਨੇ। ਯੂਜੂਅਲ, USUAL, ਯੂਜੂਅਲ। ਯੂਜੂਅਲ ਹੁੰਦਾ ਹੈ ਆਮ, ਆਮ ਤੌਰ ਤੇ। ਜਿਵੇਂ ਅਸੀਂ ਕਹਿੰਦੇ ਨਾ, I usually go there, my friend usually, usual। ਕੱਲ ਅਸੀਂ ਇੱਕ ਅੱਖਰ ਕੀਤਾ ਸੀ ਜ, usual, casual। ਸੋ usual means ਆਮ। ਇਹ ਤਾਂ ਬੜਾ usual ਹੈ, ਅਸੀਂ usually ਇਸ ਤਰ੍ਹਾਂ ਕਰਦੇ ਹਾਂ, ਆਮ ਤੌਰ ਤੇ। ਹਾਂਜੀ, quintessential, quintessential ਹੁੰਦਾ ਹੈ ਜਿਹਨੂੰ ਅਸੀਂ ਜੇ ਅਗਰ ਮੈਂ ਇਹਦਾ ਸਧਾਰਨ ਜਿਹਾ ਉਹ ਕਰਾਂ ਤਾਂ very essential ਅਸੀਂ ਕਹਿ ਸਕਦੇ ਹਾਂ, ਬਹੁਤ important। being the best example of something, ਕਿਸੇ ਚੀਜ਼ ਦੀ ਬਹੁਤ ਇੰਪੋਰਟੈਂਸ ਵਾਲੀ ਚੀਜ਼, ਇੰਪੋਰਟੈਂਸ ਦੀ ਵੀ ਬਹੁਤ ਇੰਪੋਰਟੈਂਸ ਵਾਲੀ ਚੀਜ਼। So quintessential, that is quintessential, importance ਦੀ ਵੀ importance, ਉਹਦੀ best example of something, that is quintessential। ਠੀਕ ਹੈ। ਤੇ stupendous ਦਾ ਮਤਲਬ ਹੁੰਦਾ ਬੱਚੇ, ਜਿਵੇਂ ਅਸੀਂ ਕਹਿੰਦੇ ਹਾਂ ਬਹੁਤ ਵਧੀਆ, ਕਮਾਲ ਦਾ, ਠੀਕ ਹੈ। extremely impressive, very good। stupendous ਹੁੰਦਾ ਹੈ extremely impressive, ਬਹੁਤ ਵਧੀਆ, ਬਹੁਤ ਕਮਾਲ ਦਾ, marvelous, stupendous। okay ਜੀ, ਠੀਕ ਹੈ। I think we should start discussion। ਜੋ ਅੱਜ ਮੈਂ ਤੁਹਾਨੂੰ ਭੇਜਿਆ ਸੀ ਉਹਦੇ discussion। ਹਾਂਜੀ, chords, 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 chord। ਹਾਂ ਬਿਲਕੁਲ, ਤੁਸੀਂ ਮੈਥਸ ਦੇ ਵਿੱਚ ਕੀਤਾ ਸੀ, chords ਹੁੰਦਾ ਹੈ ਜਿਹੜੀ ਤੁਸੀਂ ਮੈਥਸ ਦੇ ਵਿੱਚ ਸਰਕਲ ਦੀ ਕੀ ਹੁੰਦੀ ਹੈ, chord ਹੁੰਦੀ ਹੈ। ਇੱਕ ਤਾਂ ਉਹ chord ਹੁੰਦੀ ਹੈ, ਇੱਕ chord ਹੁੰਦੀ ਹੈ yes like a curve, ਇੱਕ chord ਹੁੰਦੀ ਹੈ ਤਾਰ। ਜਿਵੇਂ ਅਸੀਂ ਕਹਿੰਦੇ ਨਾ, ਜਿਹੜੀ ਅੱਜ ਮੈਂ ਤੁਹਾਨੂੰ ਵੀਡੀਓ ਭੇਜੀ ਸੀ ਉਹਦੇ ਵਿੱਚ ਭੇਜਿਆ ਸੀ ਵੀ ਤਾਰ ਛੇੜਨਾ, ਟੂ ਟੱਚ ਦ chord, ਤਾਰ ਛੇੜਨਾ ਕਿਸੇ ਚੀਜ਼ ਦੀ, ਕਿਸੇ ਚੀਜ਼ ਦੀ ਤਾਰ ਨੂੰ ਛੇੜਨਾ, that is CHORD, chord। chord ਨੂੰ ਕਹਿੰਦੇ ਆ ਤਾਰ, ਤਾਰ। ਟੂ ਟੱਚ ਦ chord ਮਤਲਬ ਉਸ ਤਾਰ ਨੂੰ ਛੇੜਨਾ, ਠੀਕ ਹੈ ਜੀ। ਹਾਂਜੀ ਬੱਚੇ, ਹੁਣ ਦੱਸੋ ਜਿਹੜਾ ਅੱਜ ਅਸੀਂ ਇੱਕ ਵੀਡੀਓ ਦੇਖੀ ਸੀ ਉਹਦੇ ਬਾਰੇ ਕੌਣ ਆਪਣੇ ਵਿਊਜ਼ ਦੇਣਾ ਚਾਹੁੰਦਾ ਹੈ? ਜਿਹੜੀ ਅੱਜ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇਖੀ ਹੋਗੀ ਉਹਦੇ ਬਾਰੇ ਕੋਈ ਆਪਣੀ ਵਿਊਜ਼ ਦੇਣਾ ਚਾਹੁੰਦਾ ਹੈ, ਜਾਂ ਕੁਝ ਪੁੱਛਣਾ ਹੋਵੇ, ਜਾਂ ਇਹ ਦੱਸਣਾ ਹੋਵੇ ਵੀਡੀਓ ਕਿਹਦੇ ਬਾਰੇ ਸੀਗੀ? What was this video about? Who will tell? ਇਹ ਬੱਚੇ ਤੁਹਾਡੇ ਕਲਾਸਰੂਮ ਹੈ ਤੇ ਤੁਹਾਨੂੰ ਆਨਸਰ ਕਰਨਾ ਪਏਗਾ। Raise your hands। ਹਰਨੂਰ ਕੌਰ, ਮਹਿਕਪ੍ਰੀਤ ਕੌਰ, ਪਲੀਜ਼ ਆਓ ਸਕਰੀਨ ਤੇ ਬੱਚੇ। ਜਿਨ੍ਹਾਂ ਨੇ ਨਹੀਂ ਦੇਖੀ ਕੋਈ ਗੱਲ ਨਹੀਂ, ਤੇ ਜਿਨ੍ਹਾਂ ਨੇ ਦੇਖ ਲਈ ਪਲੀਜ਼ ਆਪਣੇ ਵਿਊਜ਼ ਦਿਓ। ਯੈਸ, ਗੁੱਡ। Good morning, this is one। ਹਾਂਜੀ, ਗੁੱਡ ਮਾਰਨਿੰਗ। ਇੱਕ ਗੱਲ ਸਾਰੇ ਬੱਚਿਆਂ ਨੂੰ ਮੈਂ ਦੱਸਦਾ, ਤੁਹਾਨੂੰ ਇੱਥੇ ਆਪਣੇ ਵਿਊਜ਼ ਸ਼ੇਅਰ, ਹੁਣ ਜਦੋਂ ਅਸੀਂ ਗਰੁੱਪ ਡਿਸਕਸ਼ਨ ਕਰਾਂਗੇ, ਆਉਣ ਵਾਲੇ ਟਾਈਮ 'ਚ ਅਸੀਂ ਗਰੁੱਪ ਡਿਸਕਸ਼ਨਸ ਵੀ ਕਰਾਂਗੇ, ਤੇ ਤੁਹਾਨੂੰ ਸਾਰਿਆਂ ਨੂੰ ਬੋਲਣਾ ਪੈਣਾ ਹੈ, ਠੀਕ ਹੈ। ਤੋ ਸਾਰਿਆਂ ਦੀ ਵਾਰੀ ਆਏਗੀ। ਹਾਂਜੀ, ਸ਼ਾਬਾਸ਼ ਬੇਟੇ, ਬੋਲੋ। ਅੱਜ ਜਿਹੜੀ ਵੀਡੀਓ ਸੀਗੀ ਉਹਦੇ ਵਿੱਚ ਆਪਾਂ 10 ਵਿਲੇजेस ਬਾਰੇ ਪੜ੍ਹਿਆ ਜੋ ਕਿ ਅਲੱਗ-ਅਲੱਗ ਸਟੇਟ ਵਿੱਚ ਸੀਗੇ ਇੰਡੀਆ ਦੇ। ਉਹਨਾਂ ਵਿੱਚ ਅਲੱਗ-ਅਲੱਗ ਉਹਨਾਂ ਨੇ ਮਤਲਬ ਕਿ ਇੱਕ ਇੰਪੋਰਟੈਂਸ ਦੱਸੀ ਕਿ ਇੱਕ ਅਲੱਗ-ਅਲੱਗ ਸੀ। ਜਿਵੇਂ ਕਿਸੇ ਵਿੱਚ ਕਿ ਉਹ ਸਨੇਕਸ, ਉੱਥੇ ਹਰ ਇੱਕ ਘਰ ਵਿੱਚ ਸਨੇਕਸ ਹੁੰਦੇ ਆ, ਮਤਲਬ ਕਿ ਸਨੇਕਸ ਹੁੰਦੇ ਆ। ਫਿਰ I'm going to, sorry to interrupt you, I'm going to ask you in English, what was this video about? एक लाइन च आंसर देना। What was about the vast diversity of India. About diversity of India, good। हाँ जी,
And did you like the video? Ma'am, yes? Did you like the video? Yes, ma'am. Very Yes. much. Ki kahoge Yes. yes, ma'am? Very Ma'am, much. yes. Okay. Ma'am, yes, very much. Very much. Okay. What did you like in this video? Ma'am, I like the vast culture of India. है ना? India has Good. a lot of diversity, a lot of Diversity. villages. Every village has a own importance. Very good. And different states have their different traditions according Okay. to their According to their. Go on, Shabash, you are doing very good. traditions. Hmm. And then Yes. we learned that Portuguese and Africans are also a part of India. Yes. There is Okay. Actually, they are not Africans, they are Indians. Yes, ma'am, we are Indians, but They are Indians. Yes. And Very there nice. is, Beautiful. and it's also mini Brazil in our India. Yes, very nice. Okay. Thank you. Hanji, next. Thank you, बच्चे. पूरा तो भी पूछिए. Thank you, ma'am. Thank you, ma'am. Hanji. Yes, दिलवीर कौर, दिलजोत सिंह. दिलवीर कौर, दिलजोत सिंह. ये नेक्स्ट रेज हैंड ले लो वीर जी. हाँ जी, ठीक है जी. हाँ जी, दिलवीर कौर, did you watch the video? No, ma'am. Sorry, ma'am. No. देख नहीं ਸੀ. But you were answering ਬੱਚੇ. ਤੁਸੀਂ ਜਵਾਬ ਦੇ ਰਹੇ ਸੀਗੇ. ਹਾਂਜੀ ਮੈਮ, ਇੰਨਾ ਸੀ ਮੈਮ 10 ਵਿਲੇजेस ਸੀਗੇ ਡਿਵਰਸਿਟੀ ਆਫ ਇੰਡੀਆ ਉਹਦੇ ਵਿੱਚ ਕੋਬਰਾਜ਼ ਅੱਛਾ, ਉਹ ਦੇਖਿਆ ਸੀਗਾ? ਹਾਂਜੀ ਮੈਮ, ਫਰਸਟ ਦੇਖਿਆ ਸੀ ਮੈਮ। ਉੱਚ ਮਤਲਬ ਡਿਵਰਸਿਟੀ ਆਫ ਇੰਡੀਆ ਅਲੱਗ-ਅਲੱਗ ਡਿਫਰੈਂਟ ਕਲਚਰਸ ਦੱਸੇ ਹੋਏ ਸੀ ਉਹਦੇ ਵਿੱਚ। ਹਾਂ, ਡਿਫਰੈਂਟ ਕਲਚਰਸ ਦੱਸੇ ਹੋਏ ਸੀਗੇ, ਠੀਕ ਹੈ। ਹੋਰ ਕੁਝ which you can tell in English? ਯੈਸ ਮੈਮ। ਦੱਸੋ ਕੋਈ ਚੀਜ਼ ਜਿਹੜੀ ਤੁਸੀਂ ਇੰਗਲਿਸ਼ ਚ ਬੋਲ ਸਕੋ ਉਹਦੇ ਬਾਰੇ। any line which you can tell in English about the video? Ma'am, that video was about the diversity of India. In that video, 10 villages were available of India. About diversity of India, different states have a different cultures. Okay. Next, EPP 12743. EPP number 12743. Please come on the screen. Hanji, did you watch the video, bache? Yes, ma'am. Okay. You watch whole video? Yes, ma'am. How did you like? Ma'am, the video was so interesting. I like it very much, and it displays describe about 10 unique villages. Vijay, another connection problem lag rahi hai mainu. Next le lo. ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੱਚੇ, ਤੁਸੀਂ ਕੋਈ ਕੁਐਸਚਨ ਪੁੱਛ ਰਹੇ ਸੀਗੇ? Ma'am, I just find out the mistake which she made recently. She used C, not M, but we have to use Beta, I am not getting you. Please speak a bit louder. ਥੋੜਾ ਜਿਹਾ ਉੱਚਾ ਬੋਲੋ। ਮੈਮ, ਉਹ ਦੀਦੀ ਨੇ ਮਿਸਟੇਕ ਕੀਤੀ ਸੀ, ਜਿਹੜੀ ਸੀ ਉਹਦੀ ਥਾਂ ਤੇ ਅਸੀਂ ਮਤਲਬ ਸਾ ਕਹਿਣਾ ਸੀਗਾ, ਤਾਂ ਕਰਕੇ ਉਹ ਸਾ ਲਿਖਿਆ ਸੀਗਾ। ਅੱਛਾ, ਓਕੇ, I see, I saw. ਓਕੇ, ਠੀਕ ਹੈ। ਓਕੇ ਜੀ, ਥੈਂਕ ਯੂ। ਹੋਰ ਕੁਝ ਕਹਿਣਾ ਤੁਸੀਂ? ਹਾਂਜੀ, ਹੋਰ ਬੱਚੇ? EPP number 14298, Amanjot Kaur. 14298. Yes. Ma'am, good morning. Good morning. Did you watch the video? Yes, ma'am. Today's video Yes. was very interesting. I like it very much.
It was about diverse villages of India. Very good. These villages are famous for their unique features. Some Very good. of them are famous for for keeping cobras in their houses. Very Uh, nice. Another one is famous for millenary village, Okay. and one of them is famous for no. Yes. So, Okay, very good. Very nice. thank you, ma'am. Very nice. Very nice. हाँ जी, और कोई बच्चा प्लीज जो अपने व्यूज इस वीडियो बारे शेयर करना चाहता है, प्लीज रेज योर हैंड्स. एनी वर्ड यू वांट टू आस्क फ्रॉम द वीडियो, एनी वर्ड यू वांट टू आस्क. ਅਮਰਿੰਦਰ ਸਿੰਘ ਜੀ, ਵੀਰ ਜੀ ਅਮਰਿੰਦਰ ਸਿੰਘ ਨੂੰ ਸਕਰੀਨ ਤੇ ਲਿਆਣਾ ਪਲੀਜ਼. ਅਮਰਿੰਦਰ ਸਿੰਘ ਖਾਲਸਾ ਜੀ. ਅਮਰਿੰਦਰ ਸਿੰਘ ਬੱਚੇ ਆਪਣੀ ਮਾਈਕ ਔਨ ਕਰੋ. No. चलो. Moving to the last part of our class. ਹੁਣ ਅਸੀਂ ਕੀ ਕਰਾਂਗੇ? I'm going to tell you about some words related to conversation. ਇੱਕ ਮੈਂ ਤੁਹਾਨੂੰ ਛੋਟੀ ਜੀ conversation ਕਰਵਾਵਾਂਗੀ. So we'll start with a very small conversation. First is, do you study? ਇਹ ਜਿਹੜੇ ਬੱਚੇ ਮੈਂ ਤੁਹਾਨੂੰ ਕਨਵਰਸੇਸ਼ਨ ਕਰਵਾ ਰਹੀ ਹਾਂ ਨਾ, ਇਹ ਤੁਸੀਂ ਪ੍ਰੈਕਟਿਸ ਲਈ ਆਪਣੇ ਘਰ ਚ ਆਪਣੇ ਬ੍ਰਦਰ ਸਿਸਟਰ ਆਪਣੇ ਸਿਬਲਿੰਗਸ ਦੇ ਨਾਲ ਇਹਨੂੰ ਪਲੀਜ਼ ਪ੍ਰੈਕਟਿਸ ਕਰੋ. ਤੁਸੀਂ ਕੀ ਕਰ ਸਕਦੇ ਹੋ, ਕੁਐਸਚਨ ਤੁਸੀਂ ਪੁੱਛ ਸਕਦੇ ਹੋ, ਆਨਸਰ ਤੁਹਾਡਾ ਸਿਬਲਿੰਗ ਦੇਵੇ, ਜਾਂ ਫਿਰ ਯੂ ਕੈਨ ਟੈਲ ਹਰ ਟੂ ਆਸਕ ਕੁਐਸਚਨ, tell her or him to ask question and you will be going to answer. Like, do you study? Yes, I do. Do you study? Question puchya, do you study? Yes, I do. Ki tusi padde ho? हाँ, I do. I do मतलब इथे तुसी ਤੁਹਾਨੂੰ ਪੂਰਾ ਲਿਖਣ ਦੀ ਲੋੜ ਨਹੀਂ ਹੈ. Yes, I study. ਤੁਸੀਂ simply ਬੋਲੋਗੇ yes, I do. ਇੱਕ ਹੋਰ ਚੀਜ਼, ਜਿਸ ਹੈਲਪਿੰਗ ਵਰਬ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਉਹਦੇ ਵਿੱਚ ਹੀ ਆਨਸਰ ਕਰਨਾ ਹੁੰਦਾ ਹੈ. ਜਿਵੇਂ ਮੈਂ ਲਿਖਿਆ will you study ਤਾਂ ਤੁਸੀਂ ਕਹੋਗੇ yes I will. ਜੇ ਮੈਂ ਕਹਾਂਗੀ are you studying ਤਾਂ ਤੁਸੀਂ ਕਹੋਗੇ yes I am. I ਦੇ ਨਾਲ ਤਾਂ are ਲੱਗਦਾ ਨਹੀਂ ਹੈ ਤਾਂ ਕੀ ਲੱਗੇਗਾ am. Do you study? Yes I do. Do you go to play every day? Yes I do. So do you study? Yes, I do. Next question is, does she come to your house? Does she come to your house? ਕੀ ਉਹ ਤੁਹਾਡੇ ਘਰ ਆਂਦੀ ਹੈ? ਇਹ ਬੱਚੇ present indefinite tense ਹੈ. ਤੁਹਾਨੂੰ ਪਤਾ ਹੋਏਗਾ ਅਸੀਂ ਕੀਤੇ ਸੀਗੇ evening class ਦੇ ਵਿੱਚ present indefinite tense. ਤਾਂ ਉਹਦੇ ਵਿੱਚ do or does ਲੱਗਦਾ ਹੁੰਦਾ ਹੈ and subject ਤੋਂ ਬਾਅਦ first form of verb use ਹੁੰਦੀ ਹੈ. Do you study? Yes, I do. Does she come to your house? ਕੀ ਉਹ ਤੁਹਾਡੇ ਘਰ ਆਂਦੀ ਹੈ? Yes, she comes sometimes. ਜਾਂ ਤੁਸੀਂ ਕਹਿ ਸਕਦੇ ਹੋ no, she does not. Does she come to your house? ਤਾਂ ਤੁਸੀਂ ਕਿਹਾ yes, she comes sometimes. How ਆਂਦੀ ਹੈ? ਕਦੇ ਕਦੇ. She comes sometimes. Do other friends also come to you? Do other friends also come to you? Do other friends also come to you? दूसरे friends भी ਤੁਹਾਡੇ ਕੋਲ ਆਂਦੇ ਨੇ? Yes,
they do. So spoken English ਦੇ ਵਿੱਚ ਤੁਸੀਂ ਪੂਰਾ ਜਵਾਬ ਇਸ ਤਰ੍ਹਾਂ ਨਹੀਂ ਦੇਣਾ ਹੁੰਦਾ ਕਿ yes my other friends also come to my place ਜਾਂ also come to my house. ਤੁਸੀਂ ਕੀ ਕਹਿਣਾ simply yes they do. Does she come to your house? Yes she comes sometimes. ਅਗਰ ਤੁਸੀਂ ਕਹਿਣਾ ਹੋਵੇ ਕਿ ਹਾਂ ਆਂਦੀ ਰਹਿੰਦੀ ਹੈ ਤਾਂ ਤੁਸੀਂ ਕਹੋਗੇ yes she does. ਇੱਥੇ do ਨਹੀਂ ਲੱਗੇਗਾ। ਜੇ ਅਗਰ she और he लगेगा फिर do नहीं लगेगा, फिर आएगा she does. Yes she does. Yes he does sometimes. Yes she comes sometimes. ये भी ठीक है। Okay. Do other friends also come to you? कि ਤੁਹਾਡੇ ਹੋਰ friends ਵੀ ਤੁਹਾਡੇ ਕੋਲ ਆਉਂਦੇ ਹੈ? Yes they do. हाँ ਉਹ ਵੀ ਆਉਂਦੇ ਨੇ। ਜਿਵੇਂ ਅਸੀਂ ਪੰਜਾਬੀ ਵਿੱਚ ਪੂਰਾ ਸੈਂਟੈਂਸ ਨਹੀਂ ਬੋਲਦੇ ਨਾ, ਅਸੀਂ ਪੰਜਾਬੀ ਵਿੱਚ ਕੀ ਕਹਿੰਦੇ ਆ, ਤੁਹਾਨੂੰ ਪੁੱਛਿਆ ਕਿਸੇ ਨੇ ਤੁਹਾਡੇ ਹੋਰ ਫਰੈਂਡਸ ਵੀ ਤੁਹਾਡੇ ਕੋਲ ਆਉਂਦੇ ਆ ਤਾਂ ਤੁਸੀਂ ਇੰਨਾ ਹੀ ਕਹਿੰਦੇ ਨਾ ਹਾਂਜੀ ਆਉਂਦੇ ਨੇ। ਤੁਸੀਂ ਇਹ ਤਾਂ ਨਹੀਂ ਕਹਿੰਦੇ ਕਿ ਹਾਂਜੀ ਮੇਰੇ ਹਾਂਜੀ ਹੋਰ ਸਾਰੇ ਫਰੈਂਡਸ ਵੀ ਮੇਰੇ ਕੋਲ ਆਉਂਦੇ ਆ। ਯੂ ਜਸਟ ਆਨਸਰ ਹਾਂਜੀ ਆਉਂਦੇ ਆ। ਸੋ ਇਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਵੀ ਅਸੀਂ ਇਦਾਂ ਹੀ ਕਰਦੇ ਆ, ਅਸੀਂ ਪੂਰਾ ਨਹੀਂ ਬੋਲਾਂਗੇ। ਡੂ ਅਦਰ ਫਰੈਂਡਸ ਆਲਸੋ ਕਮ ਟੂ ਯੂ? ਯੈਸ ਦੇ ਡੂ। ਨੈਕਸਟ ਇਜ਼ do you stay in Mumbai? मुंबई की है ये सिटी है जिन्होंने बॉम्बे किया जाता सी पहले। डू यू स्टे इन मुंबई? कि तुसी मुंबई च रहंदे हो? नो आई स्टे इन, इत्थे तुसी कोई भी सिटी लिख सकते हो, दिल्ली, मुंबई, कोलकाता, लुधियाना, एनीथिंग। डू यू स्टे इन मुंबई? तुसी मुंबई च रहंदे हो? नो आई स्टे इन दिल्ली, मैं दिल्ली च रहंदी। ठीक है जी। सो ये सारे जेडे हैं सेंटेंसेस है, इट वाज अ वेरी स्मॉल कन्वर्सेशन व्हिच यू हैव टू प्रैक्टिस विद योर सिबलिंग्स। तुसी अपने सिबलिंग्स दे नाल इनु प्रैक्टिस करो। क्वेश्चन ओ पूछणगे, तुसी सिर्फ आंसर करना है। जिवें तुहाडे उन्होंने क्वेश्चन पूछा, डू यू स्टडी इंग्लिश? यस आई डू। डू यू स्टडी मैथ्स एट होम? यस आई डू। डू यू स्टडी? यस आई डू। डज शी कम टू योर हाउस? यस she comes sometimes. she comes sometimes कदे कदे आती है। yes she does, ये भी कह सकते हो। do other friends also come to you? yes they do, वो भी आंदे ने, they आएगा ना क्योंकि plural है। हाँ वो भी आंदे ने। do you stay in Mumbai? no I stay in Delhi, I stay in Ludhiana। so this was a very very small conversation which you have to practice। ये ਤੁਹਾਡਾ homework है, ਤੁਸੀਂ ਇਹਨੂੰ ਪ੍ਰੈਕਟਿਸ ਕਰਨਾ ਹੈ। ਛੋਟੀ ਛੋਟੀ ਕਨਵਰਸੇਸ਼ਨ ਦੀ ਤਿਆਰੀ ਕਰ ਲਓ ਕਿਉਂਕਿ ਅਸੀਂ ਆਪਣੀ ਕਲਾਸ ਦੇ ਵਿੱਚ ਇਹਨਾਂ ਕਨਵਰਸੇਸ਼ਨ ਦਾ ਮੈਂ ਕਰਵਾ ਕੇ ਦੇਖਣੀ ਹੈ ਕਲਾਸ ਦੇ ਵਿੱਚ। ਤੁਹਾਡੇ ਸਿਬਲਿੰਗਸ ਅਗਰ ਨਾਲ ਹੋਣਗੇ ਤਾਂ ਬਹੁਤ ਵਧੀਆ, ਨਹੀਂ ਤਾਂ ਅਸੀਂ ਦੋ ਬੱਚਿਆਂ ਨੂੰ ਸਕਰੀਨ ਤੇ ਲਾ ਕੇ ਉਹਨਾਂ ਦੋਨਾਂ ਦੀ ਆਪਸ ਵਿੱਚ ਕਨਵਰਸੇਸ਼ਨ ਕਰਵਾਵਾਂਗੇ। ਪਲੀਜ਼ ਟੇਕ ਇਟ ਸੀਰੀਅਸਲੀ ਐਂਡ ਆਈ ਥਿੰਕ this is all for today। if anyone is having any question please ask me। ਇੱਕ ਗੱਲ ਹੋਰ ਅਨਾਉਂਸ ਕਰਨੀ ਸੀ ਮੈਂ ਕਿ ਜਦੋਂ ਤੁਸੀਂ एंटर करते हो इस क्लास दे विच, तुसी की करना है, आंदिया ही अपनी अटेंडेंस वाई दे फॉर्म च लगा देनी है। वाई 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 फॉर यॉट। और किसी ने पूरा इस तरह नहीं लिखना ईपीपी नंबर दिस 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 प्रेजेंट मैम या एबसेंट है, कुछ नहीं। तुसी जिद्दां ही इस क्लास दे विच टाइम ते एंटर करोगे और टाइम ते एंटर करो प्लीज 11 o'clock शार्प उदों तक सारे बच्चे क्लास ਦੇ ਵਿੱਚ ਐਂਟਰ ਹੋ ਜਾਣੇ ਚਾਹੀਦੇ ਹੋ। ਤੇ ਤੁਸੀਂ ਸਿਰਫ ਇੱਥੇ ਕੀ ਕਰਨਾ ਹੈ, ਜਦੋਂ ਤੁਸੀਂ ਐਂਟਰ ਕੀਤਾ ਤੁਸੀਂ ਸਿੰਪਲੀ ਕੀ ਕਰਨਾ ਹੈ, ਬਾਏ ਲਿਖ ਦੇਣਾ ਹੈ। ਓਨਲੀ ਬਾਏ ਬਸ। और सारे बच्चे अपने ईपीपी नंबर ਦੇ ਨਾਲ अपना नेम लिख देना। और ਜੇ अगर एबसेंटीज ज्यादा होंगे तो ਅਸੀਂ ग्रुप ਦੇ ਵਿੱਚੋਂ ਰਿਮੂਵ ਕਰ ਦਾਂਗੇ। प्लीज टेक दिस क्लास सीरियसली। ਜਿਹੜਾ ਵੀ ਹੋਮਵਰਕ ਦਿੱਤਾ ਜਾਂਦਾ ਹੈ ਤੁਸੀਂ ਇਹਨੂੰ प्लीज कर लो। any questions please? गगनवीर जी किसी ਦਾ हैंड रेज है? मैम हाँ जी मैम ਅਸੀਂ ਇੱਕ ਕੁਐਸਚਨ ਸੀਗਾ ਮੇਰਾ ਕਿ ਆਪਾਂ ਜਿਹੜਾ ਦੀ ਤੇ ਔਰ ਦਾ ਮੈਮ ਉਹ ਕਿੱਥੇ ਕਿੱਥੇ ਯੂਜ਼ ਕਰ ਸਕਦੇ, ਲਾਈਕ ਪ੍ਰੋਨਾਂਸ ਦੇ ਵਿੱਚ ਕਿਵੇਂ? I was waiting कि कोई बच्चा ਮੈਨੂੰ ਇਹ क्वेश्चन पूछे
मैं वेट कर रही थी बच्चे, 1 मिनट, 1 मिनट बेटा, मेरी स्क्रीन नहीं आ रही, 1 मिनट। हाँ जी, Ma'am, दी और द। Ma'am, हाँ जी, actually you sent your question. I think you did not saw, but please I tell did me. not see, I did not See, 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 did ma'am, not ਦੇ ਨਾਲ see, see लगेगा, see, ठीक है। ma'am. You sent me today, Yes, आज ma'am. भेजा मैनू। Yes, ma'am. Recently. हाँ जी, ये बहुत इंपॉर्टेंट क्वेश्चन है, किथे दी बोलना है, किथे द बोलना है। सारे बच्चे प्लीज लिसन टू इट केयरफुली। ਜਦੋਂ ਅਸੀਂ ਵਾਉਲ ਯੂਜ਼ ਕਰਦੇ ਹਾਂ ਉਸ ਤੋਂ ਪਹਿਲੇ ਅਸੀਂ ਬੋਲਦੇ ਹਾਂ ਦੀ, ਔਰ ਅਸੀਂ ਜੇ ਕੌਨਸੋਨੈਂਟ ਯੂਜ਼ ਕਰਦੇ ਹਾਂ ਉਸ ਤੋਂ ਪਹਿਲੇ ਅਸੀਂ ਬੋਲਦੇ ਹਾਂ ਦ। ਹੁਣ ਇਹ ਤਾਂ ਬੜਾ ਔਖਾ ਹੋ ਜਾਏਗਾ ਕਿ ਇੱਕ ਪਹਿਲੇ ਦੇਖਣਾ ਪਏਗਾ ਫਿਰ ਸੋਚਣਾ ਪਏਗਾ, ਬਟ ਫਿਰ ਉਹੀ ਇਹਦਾ ਸੋਲੂਸ਼ਨ ਹੈ ਕਿ ਇਹਨੂੰ ਪ੍ਰੈਕਟਿਸ ਨਾਲ। ਮੈਂ ਆਈਲ ਗਿਵ ਯੂ ਐਨ ਐਗਜ਼ਾਮਪਲ, ਜਿਵੇਂ ਮੈਂ ਕਿਹਾ ਐਗ, EGG ਐਗ, ਜੇ ਮੈਂ ਹੁਣ ਮੈਂ ਦ ਐਗ ਨਹੀਂ ਕਵਾਂਗੀ, ਮੈਂ ਕੀ ਕਵਾਂਗੀ, ਦੀ ਐਗ। ਤੁਸੀਂ ਮੂਵੀਜ਼ ਦੇ ਵਿੱਚ ਦੇਖਿਆ ਲਾਸਟ ਵਿੱਚ ਕੀ ਲਿਖਿਆ ਹੁੰਦਾ ਹੈ, ਦੀ ਐਂਡ। ਕਦੇ ਤੁਸੀਂ ਉਹਨੂੰ ਦ ਐਂਡ ਨਹੀਂ ਕਿਹਾ ਨਾ, ਇੱਥੋਂ ਤੁਸੀਂ ਯਾਦ ਰੱਖ ਸਕਦੇ ਹੋ ਦੀ ਐਂਡ। ਉਹ ਐਂਡ ਕਿੱਥੋਂ ਸ਼ੁਰੂ ਹੁੰਦਾ ਹੈ, ਵਾਉਲ ਤੋਂ। ਐ ਵਾਉਲ ਸਾਰਿਆਂ ਨੂੰ ਪਤਾ ਹੈ, ਜਿਹਨੂੰ ਨਹੀਂ ਪਤਾ ਪਲੀਜ਼ ਮੈਨੂੰ ਪੁੱਛ ਸਕਦੇ ਹੋ ਤੁਸੀਂ। ਵਾਉਲ VOWL ਵਾਉਲਸ ਹੁੰਦੇ, AEIOU ਸਾਊਂਡ। ਸਾਊਂਡ ਅਸੀਂ ਇਸ ਤਰ੍ਹਾਂ ਕਰਾਂਗੇ, ਕੱਲ ਅਸੀਂ ਛੋਟਾ ਜਿਹਾ ਪਹਿਲੇ ਟੌਪਿਕ ਵਾਉਲਸ ਤੇ ਲੈ ਲਾਂਗੇ। AEIOU ਸਾਊਂਡ ਬੱਚੇ, ਲੈਟਰ ਨਹੀਂ ਸਾਊਂਡ, ਇਹ ਲੈਟਰ ਨਹੀਂ ਹੈ, ਸਾਊਂਡ। ਜਿਵੇਂ ਮੈਂ ਲਿਖਿਆ ਆਵਰ, HOUR, ਆਵਰ। ਹੁਣ ਆਵਰ ਜਿਹੜਾ ਹੈ ਸ਼ੁਰੂ ਤਾਂ H ਤੋਂ ਹੋ ਰਿਹਾ, ਬਟ ਇਹਦੀ ਸਾਊਂਡ ਕੀ ਹੈ, ਆ ਸਾਊਂਡ ਹੈ ਨਾ, ਵਾਉਲ ਸਾਊਂਡ ਹੈ ਨਾ, AEIOU ਵਾਉਲ ਸਾਊਂਡ, ਤਾਂ ਅਸੀਂ ਉਹਦੇ ਨਾਲ ਦੀ ਲਗਾਵਾਂਗੇ। ਔਰ ਅਗਰ ਕੌਨਸੋਨੈਂਟ ਸਾਊਂਡ ਹੈ ਤਾਂ ਅਸੀਂ ਉਹਦੇ ਨਾਲ ਕੀ ਲਗਾਵਾਂਗੇ, ਦ। ਠੀਕ ਹੈ। ਅੱਛਾ, ਇੱਕ ਹੋਰ ਕੁਐਸਚਨ ਬੱਚਾ ਪੁੱਛ ਰਿਹਾ, ਆਈ ਡੋਂਟ ਕਿ ਆਈ ਡਜ਼ਨਟ। ਬੱਚੇ ਆਈ ਨੂੰ ਨਾ ਇੰਗਲਿਸ਼ ਦੇ ਵਿੱਚ ਇੱਕ ਸਪੈਸ਼ਲ ਟ੍ਰੀਟਮੈਂਟ ਮਿਲਦਾ ਹੈ, ਉਹਦੀ ਖਾਤਰਦਾਰੀ ਜ਼ਿਆਦਾ ਹੁੰਦੀ ਹੈ ਇੰਗਲਿਸ਼ ਦੇ ਵਿੱਚ। ਆਈ ਦੇ ਨਾਲ ਡੋਂਟ ਲੱਗੇਗਾ, ਆਈ ਚਾਹੇ ਸਿੰਗੂਲਰ ਹੈ ਬਟ ਆਈ ਡਜ਼ਨਟ ਨਹੀਂ ਲੱਗੇਗਾ। ਜਿਵੇਂ ਅਸੀਂ ਕਹਿੰਦੇ ਆ ਕਿ ਵਰਬ ਦੀ ਫਰਸਟ ਫਾਰਮ ਨਾਲ S ਜਾਂ ES ਲੱਗਦਾ ਹੈ ਸਿੰਗੂਲਰ ਦੇ ਵਿੱਚ, ਬਟ ਆਈ ਜਿਹੜਾ ਹੈ ਇਟ ਇਜ਼ ਵੈਰੀ ਸਪੈਸ਼ਲ ਇਨ ਇੰਗਲਿਸ਼। ਆਈ ਦੀ ਟ੍ਰੀਟਮੈਂਟ ਕੁਝ ਸਪੈਸ਼ਲ ਹੀ ਹੁੰਦੀ ਹੈ, ਆਈ ਦੇ ਨਾਲ S ਜਾਂ ES ਨਹੀਂ ਲੱਗਦਾ, ਸੋ ਆਈ ਡਜ਼ਨਟ ਨਹੀਂ ਹੋਏਗਾ, ਆਈ ਡੋਂਟ ਹੋਏਗਾ। ਐਮਿਨਿਟੀਜ਼ ਹੁੰਦੀਆਂ ਨੇ, ਮਨਪ੍ਰੀਤ ਪੁੱਛ ਰਹੀ ਹੈ AMENITIES। ਬੇਸਿਕ ਐਮਿਨਿਟੀਜ਼ ਹੁੰਦੀਆਂ ਨੇ ਸਹੂਲਤਾਂ, AMENITS। ਐਮਿਨਿਟੀਜ਼ ਮਤਲਬ ਸਹੂਲਤਾਂ, ਜਿਵੇਂ ਸਾਨੂੰ ਬੁਨਿਆਦੀ ਸਹੂਲਤਾਂ ਮਿਲੀਆਂ ਹੋਈਆਂ ਨੇ, ਤਾਂ ਮਤਲਬ ਕਿ ਮੈਨੂੰ ਕੀ ਮਿਲੀਆਂ ਹੋਈਆਂ ਨੇ, ਬੇਸਿਕ ਐਮਿਨਿਟੀਜ਼। ਓਕੇ ਜੀ, ਵੀਰ ਜੀ ਕੋਈ ਹੈ हैंड रेज? हाँ जी बिल्कुल ठीक, ही शी दे नाल डजंट लगेगा और आई वी यू दे प्लूरल दे नाल डोंट लगेगा। ठीक है। हाँ जी हरनूर कौर। मैम साडी आ क्लास ਦੀ ਟਾਈਮਿੰਗ ਚੇਂਜ ਹੋ ਸਕਦੀ ਹੈ? हाँ जी की रखना चाहते हो बच्चे? ਕਿਉਂਕਿ 11 to 1 ਸਾਡੀਆਂ ਆਨਲਾਈਨ ਕਲਾਸਿਸ ਹੁੰਦੀਆਂ ਕਾਲਜ ਦੀਆਂ, ਤੇ ਅੱਜ ਵੀ ਅਸੀਂ ਤੁਹਾਡੀ ਕਲਾਸ ਲਾਉਣੀ ਸੀ ਤੇ ਉਹ ਨਹੀਂ ਲਗਾਈਆਂ। ਫਿਰ ਤੁਹਾਨੂੰ ਕਿਹੜਾ ਟਾਈਮ ਸੂਟੇਬਲ ਹੈ? ਮੈਂ 11 to 1 ਇਹ 2 ਘੰਟੇ ਨਾ ਕਰਕੇ ਜਿਹੜਾ ਮਰਜ਼ੀ ਰੱਖ ਲਓ। ਫਿਰ ਮਾਰਨਿੰਗ ਸਾਰਿਆਂ ਨੂੰ ਸੂਟੇਬਲ ਨਹੀਂ ਹੋਏਗੀ, ਜਾਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਆਪਾਂ ਗਰੁੱਪ ਦੇ ਵਿੱਚ ਇਹਦਾ ਕੋਈ ਸੋਲੂਸ਼ਨ ਨਿਕਾਲਦੇ ਹਾਂ। ਹੋਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ 11 to 12 ਦੇ ਵਿੱਚ? ਕਿਉਂਕਿ ਉਸ ਦਿਨ ਸਾਰਿਆਂ ਨੇ ਯੈਸ ਲਿਖਿਆ ਸੀ, ਉਸ ਦਿਨ ਸਾਰਿਆਂ ਨੇ ਯੈਸ ਲਿਖਿਆ ਸੀ, ਬਾਕੀ ਸਾਰਿਆਂ ਨੂੰ ਸੂਟੇਬਲ ਹੈ 11 to 12? yes 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 okay बेटे हजे तक नो एक भी नहीं आया। yes एक आ गया नो। yes 11 to अच्छा 2 नो आ गए। हाँ जी बेटे इट इज सूटेबल टू मोस्ट ऑफ द स्टूडेंट्स। चलो फिर भी ਆਪਾਂ ਇਹਦਾ ਕੋਈ ਸੋਲੂਸ਼ਨ ਨਿਕਾਲਾਂਗੇ। ਮਾਰਨਿੰਗ 8 to 9 ਸਾਰਿਆਂ ਨੂੰ ਸੂਟੇਬਲ ਹੈ? फिलहाल तो यस, पर अच्छा 8 to 9 नो।
यस अच्छा ਇਹਦਾ ਜ਼ਿਆਦਾ नो ही आ रहा है नो नो ਇਹਦਾ ਮਿਲਿਆ ਜੁਲਿਆ नो ओके ठीक है 11 to 12 ਬੱਚੇ ਸਾਰਿਆਂ ਨੂੰ ਸੂਟੇਬਲ ਹੈ ਚਲੋ ਆਪਾਂ ਇਹਦਾ ਕੋਈ ਸੋਲੂਸ਼ਨ ਨਿਕਾਲਦੇ ਹਾਂ ਹਰਨੂਰ ਕੌਰ ठीक है जी हाँ जी और कोई हैंड रेज है वीर जी तो ले लो 1 to 2 ओके 10 to 11 बच्चे ਜਿਹੜਾ 11 ਤੋਂ ਪਹਿਲੇ ਨਾ ਜ਼ਿਆਦਾਤਰ ਬੱਚਿਆਂ ਦੀ ਕਲਾਸਿਸ ਹੁੰਦੀਆਂ ਨੇ ਚਲੋ ਇਹ ਅਸੀਂ ਇਹਦਾ ਕੋਈ ਸੋਲੂਸ਼ਨ ਨਿਕਾਲਦੇ ਹਾਂ ਯੂ ਹੈਵ ਟੂ ਐਡਜਸਟ ਫॉर 2-3 ਡੇਜ਼ ਓਨਲੀ ਫਿਰ ਅਸੀਂ ਇਹਦਾ ਕੋਈ ਸੋਲੂਸ਼ਨ ਨਿਕਾਲਾਂਗੇ ਹਾਂਜੀ ਕਿਸੇ ਹੋਰ ਬੱਚੇ ਦਾ ਕੋਈ ਕੁਐਸਚਨ ਹੈ ਗਗਨਵੀਰ ਜੀ कोई हैंड रेज हैगा तो मैम फिलहाल से कोई हैंड रेज नहीं है ठीक है सो तुम कंटिन्यू कर सकते हो चलो आई एम गोइंग टू एंड दिस क्लास एंड थैंक यू सो मच फॉर ज्वाइनिंग दिस क्लास प्लीज कल तो टाइम पे ज्वाइन कर लेना वाहिगुरू जी का खालसा वाहिगुरू जी की फतेह।